सगला रास कारज आया, सगला रास सतगुर आपने सुनी अरदास, सतगुर आपने सुनी अरदास कारज आया, सगला रास कारज आया, सगला जाके अंतर बसै हर नाम, जो जो पेख सो ब्रह्म ज्ञान, जाके अंतर बसै हर नाम, बसै हर नाम, जो जो पेख सो ब्रह्म ज्ञान, बीस बिसुए जाके मन परगास, तिस जन के मार ब्रह्म का निवास, बीस बिसुए जाके मन परगास, तिस जन के मार ब्रह्म का निवास, तिस जन के पार ब्रह्म का निवास, सतगुर आपने सुनी अरदास, सतगुर आपने सुनी अरदास कारज आया, सगला कारज आया, सगला सतगुर आपने सुनी अरदास कारज आया, सगला रास कारज आया, सगला गुर को हों करी नमस्कार, इस गुर को सद जाऊं बलिहार, सतगुर के चरण तोय तोय पीवा, गुरु नानक जप जप सद जीवा, सतगुर के चरण तोय तोय पीवा, गुरु नानक जप जप सद जीवा, गुरु नानक जप जप सद जी, सतगुर आपने
अरदास सतगुर आपने सुनी अरदास कारज आया सगला रास कारज करता पुरख निर्भय निर्वैर अकाल मूरत आजूनी गुरु प्रसाद जप आद सच जुगाद सच है भी सच नानक होसी भी सच क्या नहीं घर तेरे क्या नहीं घर तेरे क्या नहीं घर तेरे क्या नहीं घर तेरे साचे साहिबा साचे साहिबा साहिबा सच्चे साहिबा सच्चे साहिबा सच्चे साहिबा क्या नहीं घर
नहीं घर तेरे। सदा सिफत सलाह तेरी, नाम मन उसारे। सदा सिफत सलाह नाम मन उसारे। क्या नहीं कर तेरे, क्या नहीं घर तेरे। वाहिगुरु जी क्या नहीं घर तेरे, क्या नहीं घर तेरे। साचे साहिबा, 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 साचे साहिबा।
ਸਾਧ ਸੰਗਤ ਪਰਮੇਸ਼ਰ ਦੇ ਘਰ ਸਾਰੇ ਹੀ ਪਦਾਰਥ ਹਨ, ਸਾਰੇ ਹੀ ਸੁੱਖ ਹਨ। ਸਾਡੀ ਮੰਗ ਛੋਟੀ ਹੈ, ਉਸ ਦੀਆਂ ਦਾਤਾਂ ਬੜੀਆਂ ਵੱਡੀਆਂ। ਸਾਡੀ ਝੋਲੀ ਛੋਟੀ ਹੈ, ਉਸ ਦੀਆਂ ਬਖਸ਼ਿਸ਼ਾਂ ਬਹੁਤ ਵੱਡੀਆਂ। ਸਤਿਗੁਰਾਂ ਦੇ ਦਰ ਤੇ ਜਿਹਨੇ ਵੀ ਆ ਕੇ ਸੇਵਾ ਕੀਤੀ ਹੈ, ਉਹਨੂੰ ਤਿਲ ਮਾਤਰ ਦੀ ਸੇਵਾ ਦੇ ਬਦਲੇ ਮਣਾ ਮੂੰਹ ਫਲ ਪ੍ਰਾਪਤ ਹੋਇਆ। ਸਾਧ ਸੰਗਤ ਪਿਆਰ ਨਾਲ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਕਲੇਰਾਂ ਆਪ ਕਿਆ ਕਰਦੇ ਸਨ ਭਾਈ, ਜਿਤਨਾ ਕੋਈ ਸਿਦਕ ਦਾ ਬਰਤਨ, ਭਾਵਨਾ ਦਾ ਬਰਤਨ ਲੈ ਕੇ ਗੁਰੂ ਦੇ ਦਰ ਤੇ ਆਂਦਾ ਹੈ ਨਾ, ਉਹਨੂੰ ਦਾਤ ਵੀ ਉਤਨੀ ਪ੍ਰਾਪਤ ਹੁੰਦੀ ਹੈ। ਜਿਤਨਾ ਜਿਹਦਾ ਬਰਤਨ ਉਤਨੀ ਵਿੱਚ ਦਾਤ। ਇਸ ਵਾਸਤੇ ਵੱਡੀ ਭਾਵਨਾ ਦੇ ਨਾਲ ਗੁਰੂ ਨਾਨਕ ਦੇ ਦਰ ਤੇ ਆਈਏ ਨਾ। ਸਿਦਕ ਔਰ ਭਰੋਸੇ ਵਾਲਾ ਕਦੀ ਵੀ ਗੁਰੂ ਦੇ ਦਰ ਤੋਂ ਖਾਲੀ ਨਹੀਂ ਜਾਂਦਾ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਇਸ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇਹ ਸੋ ਪਾਇਆ। ਤੇਰੇ ਘਰ ਸਭ ਕੁਛ ਹੈ, ਪਰ ਦੇਂਦਾ ਉਹਨੂੰ ਹੈ ਜਿਸ ਤੇ ਤੇਰੀ ਪ੍ਰਸੰਨਤਾ ਹੁੰਦੀ ਹੈ। ਸਭਨਾ ਉੱਪਰ ਨਜ਼ਰ ਹੈ ਤੇਰੀ, ਕਿਸੇ ਹੈ ਥੋੜੀ, ਕਿਸੇ ਕਨੇਰੀ। ਕਿਸੇ ਤੇ ਥੋੜੀ ਨਜ਼ਰ ਹੈ ਗੁਰੂ ਦੀ, ਕਿਸੇ ਤੇ ਵਿਸ਼ੇਸ਼ ਨਜ਼ਰ ਹੈ। ਪਰ ਜੇ ਤੂੰ ਚਾਹਨਾ ਤੇਰੇ ਤੇ ਵੀ ਵਿਸ਼ੇਸ਼ ਨਜ਼ਰ ਹੋਵੇ, ਘਣੀ ਨਜ਼ਰ ਹੋਵੇ ਗੁਰੂ ਦੀ, ਤਾਂ ਤੂੰ ਵੀ ਸੰਗਤ ਵਿੱਚ ਬਹਿ ਕੇ ਉਸ ਦਾ ਨਾਮ ਜਪ, ਉਹਦਾ ਸਿਮਰਨ ਕਰ। ਸਿਦਕ ਨਾਲ ਆਈ ਸੀ ਨਾ ਬੀਬੀ ਸੁਲੱਖਣੀ ਗੁਰੂ ਹਰਗੋਬਿੰਦ ਸਾਹਿਬ ਦੇ ਦਰ ਤੇ। ਸਾਧ ਸੰਗਤ ਇੱਕ ਪੁੱਤਰ ਮੰਗਿਆ ਤੇ ਸਤਿਗੁਰਾਂ ਨੇ 7 ਝੋਲੀ ਵਿੱਚ ਪਾ ਦਿੱਤੇ, 7 ਪੁੱਤਰਾਂ ਦੀ ਦਾਤ ਦਿੱਤੀ। ਉਚਾਰਨ ਕਰੋ ਸ੍ਰੀ ਗੁਰੂ ਦੇ ਦਰ ਤੇ ਆ ਕੇ ਜੋ ਕੁਝ ਮੰਗੀਏ ਪ੍ਰਾਪਤ ਹੁੰਦਾ ਹੈ। ਪੁੱਤ ਵਾਲਿਆਂ ਨੂੰ ਪੁੱਤਰ ਮਿਲਦੇ ਨੇ, ਦੁੱਧ ਵਾਲਿਆਂ ਨੂੰ ਦੁੱਧ ਮਿਲਦੇ ਨੇ। ਕੋਈ ਦੇ ਅਰੋਗਤਾ ਚਾਵੇ, ਦੁੱਖ ਦੂਰ ਹੁੰਦੇ ਨੇ। ਪਰ ਆਵੇ ਸਿਦਕ, ਭਰੋਸਾ, ਸ਼ਰਧਾ ਲੈ ਕੇ, ਸ਼ਰਧਾ ਨਾਲ ਆਏਗਾ, ਕਦੀ ਗੁਰੂ ਦੇ ਦਰ ਤੋਂ ਖਾਲੀ ਨਹੀਂ ਜਾਏਗਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿ ਰਹੇ ਹਨ। ਆਓ ਇੱਕ ਵਾਰੀ ਸਾਰੇ ਪਿਆਰ ਨਾਲ ਜਪ ਲਈਏ। ਕਿਆ ਨਹੀਂ ਕਰ ਤੇਰੇ, ਕਿਆ ਨਹੀਂ ਘਰ ਤੇਰੇ। ਸਾਰੇ ਜਪੋ ਸਾਚੇ ਸਾਹਿਬਾ, ਸਾਚੇ
ਸੀਸ ਝੁਕਾਉਂਦਾ ਏ ਆਪਣਾ ਸੀਸ ਝੁਕਾਉਂਦਾ ਏ ਐਸੀ ਲੀਲਾ ਕਰ ਦਿੰਦੇ ਨੇ ਐਸੀ ਲੀਲਾ ਕਰ ਦਿੰਦੇ ਨੇ ਮੰਗੀਆਂ ਮੁਰਾਦਾਂ ਪਾਉਂਦਾ ਏ ਦੀਆਂ ਮੁਰਾਦਾਂ ਪਾਉਂਦਾ ਏ ਦਿਲ ਦੇ ਤਪਦੇ ਹਿਰਦੇ ਠਾਰ ਅੰਗ ਸੰਗ ਰਹਿੰਦੇ ਨੇ ਮੇਰੇ ਗੁਰੂ ਜੀ ਆਲਣ ਹਾਰ ਅੰਗ ਸੰਗ ਰਹਿੰਦੇ ਨੇ ਜਦ ਸਜਦਾ ਏ ਦਰਬਾਰ ਅੰਗ ਸੰਗ ਰਹਿੰਦੇ ਨੇ ਹੱਕ ਸੱਚ ਦੀ ਜੋ ਕਰਨ ਕਮਾਈ ਸੱਚ ਦੀ ਜੋ ਕਰਨ ਕਮਾਈ ਗੁਰੂ ਮੇਰੇ ਨੂੰ ਪਿਆਰੇ ਨੇ ਮੇਰੇ ਪਿਆਰੇ ਨੇ ਦਰ ਤੇ ਆਏ ਗੁਰੂ ਮੇਰੇ ਨੇ ਤੇ ਆਏ ਗੁਰੂ ਮੇਰੇ ਨੇ ਲੱਖਾਂ ਪਾਪੀ ਤਾਰੇ ਨੇ ਪਾਪੀ ਤਾਰੇ ਨੇ ਜਿਹੜੇ ਡੁੱਬਦੇ ਲਾਉਂਦੇ ਪਾਰ ਅੰਗ ਸੰਗ ਰਹਿੰਦੇ ਨੇ ਮੇਰੇ ਗੁਰੂ ਜੀ ਆਲਣ ਹਾਰ ਅੰਗ ਸੰਗ ਰਹਿੰਦੇ ਨੇ ਜਦ ਸਜਦਾ ਏ ਦਰਬਾਰ ਅੰਗ ਸੰਗ ਰਹਿੰਦੇ ਨੇ ਮੇਰੇ ਗੁਰੂ ਜੀ ਆਲਣ ਹਾਰ ਅੰਗ ਸੰਗ ਰਹਿੰਦੇ ਨੇ ਮੇਰੇ ਗੁਰੂ ਜੀ ਪਾਲਣਹਾਰ ਅੰਗ ਸੰਗ ਰਹਿੰਦੇ ਨੇ ਮੇਰੇ ਗੁਰੂ ਜੀ ਆਲਣ ਹਾਰ ਅੰਗ ਸੰਗ ਰਹਿੰਦੇ ਨੇ ਮੇਰੇ ਗੁਰੂ ਜੀ ਪਾਲਣਹਾਰ ਅੰਗ ਸੰਗ ਰਹਿੰਦੇ ਨੇ ਮੇਰੇ ਗੁਰੂ ਜੀ ਆਲਣ ਹਾਰ ਅੰਗ ਸੰਗ ਰਹਿੰਦੇ ਨੇ ਜਦ ਸਜਦਾ ਏ ਦਰਬਾਰ ਅੰਗ ਸੰਗ ਰਹਿੰਦੇ ਨੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਜਿਸ ਕੋ ਪੂਰਬ ਲਿਖਿਆ ਤਿਨ ਸਤਿਗੁਰ ਚਰਨ ਗਏ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਸਭੇ ਥੋਕ ਪ੍ਰਾਪਤ ਸਭੇ ਥੋਕ ਪ੍ਰਾਪਤ ਜੇ ਆਵੇ ਇੱਕ ਹੱਥ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ
ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋ ਮੇਰਾ ਮਨ ਤਨ ਸੀਤਲ ਹੋਵੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਮੇਰੇ ਮਨ ਇੱਕ ਮੇਰੇ ਮਨ ਇੱਕ ਸਿਓ ਚਿਤ ਲਾਏ ਇੱਕ ਸਿਓ ਚਿਤ ਲਾਏ एक बिन सब तंग है एक बिन सब तंग है सब मिथ्या मोह माए सब मिथ्या मोह माए लख खुशियां पातशाहियां जे सतगुर नदर करे लख खुशियां पातशाहियां जे सतगुर नदर करे निमख ਏਕ ਹਰ ਨਾਮ ਦੇ ਨਿਮਖ ਏਕ
ਤਨ ਸੀਤਲ ਹੋਏ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਧਨ ਸੁਹਾਵਾ ਪਵਿੱਤ ਹੈ ਧਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਜਿੱਥੇ ਸੰਤ ਸਭਾ कोई किसी नो मिले कोई किसी नो मिले जिन पूरा गुरु लबा जिन पूरा गुरु लबा नानक बता कर नानक बता कर जिथ मिलत न जन्म जरा लख खुशियां पातशाहियां जे सतगुर नदर करे लख खुशियां पातशाहियां जे सतगुर नदर करे निमख एक हर नाम दे निमख एक हर नाम दे निमख एक हर नाम दे हर नाम दे मेरा मन तन शीतल हो मेरा मन तन शीतल हो जिसको पूरब लिखिया जिसको पूरब लिखिया तिन सतगुर चरण करे लख खुशियां पातशाहियां जे सतगुर नदर करे लख खुशियां पातशाहियां जे सतगुर नदर करे जे सतगुर नदर करे 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 सतगुर नदर
ਖੁਸ਼ੀਆਂ ਪਾਤਸ਼ਾਹਾਂ ਜੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤਿਗੁਰ ਨਦਰ ਕਰੇ ਜੇ ਸਤਿਗੁਰ ਨਦਰ ਕਰੇ ਜੇ ਸਤਿਗੁਰ ਨਦਰ ਕਰੇ ਵਾਹਿਗੁਰੂ ਇਹ ਨਿਸ਼ਾਨੀ ਗੁਰਸਿੱਖੀ ਦੀ ਇਹ ਨਿਸ਼ਾਨੀ 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 ਧਰਤੀ ਪੈਰਾਂ ਹੇਠ ਹੈ ਧਰਤੀ ਹੇਠ ਵਸੰਦਾ ਪਾਣੀ ਧਰਤੀ ਪੈਰਾਂ ਹੇਠ ਹੈ ਧਰਤੀ ਹੇਠ ਵਸੰਦਾ ਪਾਣੀ ਪਾਣੀ ਚਲੇ ਨਿਵਾਣ ਨਾ ਪਾਣੀ ਚਲੇ ਨਿਵਾਣ ਨਾ ਨਿਰਮਲ ਸੀਤਲ ਸ਼ੁੱਧ ਪ੍ਰਾਣੀ ਇਹ ਨਿਸ਼ਾਨੀ ਗੁਰਸਿੱਖੀ ਦੀ ਇਹ ਨਿਸ਼ਾਨੀ ਇਹ ਨਿਸ਼ਾਨੀ ਗੁਰਸਿੱਖੀ ਦੀ ਇਹ ਨਿਸ਼ਾਨੀ ਇਹ ਨਿਸ਼ਾਨੀ ਗੁਰਸਿੱਖੀ ਦੀ ਇਹ ਨਿਸ਼ਾਨੀ ਇਹ ਨਿਸ਼ਾਨੀ ਗੁਰਸਿੱਖੀ ਦੀ ਇਹ ਨਿਸ਼ਾਨੀ
ਸਭਨਾ ਅੰਦਰ ਇੱਕੋ ਜਾਣੀ बहुरंगी एक रंग है सभना अंदर इको जानी तपा होए धुप विच तपा होवे धुप विच छावे ठंडा विरती हाणी निशानी गुरसिखी दी ਇਹ ਨਿਸ਼ਾਨੀ ਨਿਸ਼ਾਨੀ ਗੁਰਸਿੱਖੀ ਦੀ ਇਹ ਨਿਸ਼ਾਨੀ ਇਹ ਨਿਸ਼ਾਨੀ ਗੁਰਸਿਖੀ ਦੀ ਇਹ ਨਿਸ਼ਾਨੀ ਨਿਸ਼ਾਨੀ ਗੁਰਸਿੱਖੀ ਦੀ ਇਹ ਨਿਸ਼ਾਨੀ ਤਪਦਾ ਪਰ ਉਪਕਾਰ ਨੂੰ ਤਪਦਾ ਪਰ ਉਪਕਾਰ ਨੂੰ ਠੰਡੇ ਪਰ ਉਪਕਾਰ ਵਿਹਾਣੀ ਤਪਦਾ ਪਰ ਉਪਕਾਰ ਨੂੰ ਤਪਦਾ ਪਰ ਉਪਕਾਰ ਨੂੰ ਠੰਡੇ ਪਰ ਉਪਕਾਰ ਵਿਹਾਣੀ ਅਗਨ 부ਝਾਏ ਤਪਤ ਨਿਚ ਅਗਨ 부ਝਾਏ ਤਪਤ ਵਿੱਚ ਠੰਡਾ ਹੋਵੇ ਫਿਲਮ ਨਾ ਆਣੀ ਇਹ ਨਿਸ਼ਾਨੀ ਗੁਰਸਿੱਖੀ ਦੀ ਇਹ ਨਿਸ਼ਾਨੀ ਨਿਸ਼ਾਨੀ ਗੁਰਸਿੱਖੀ ਦੀ ਇਹ ਨਿਸ਼ਾਨੀ ਇਹ 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 ਨਿਸ਼ਾਨੀ ਇਹ ਨਿਸ਼ਾਨੀ ਗੁਰਸਿੱਖੀ ਦੀ ਇਹ ਨਿਸ਼ਾਨੀ ਇਹ ਨਿਸ਼ਾਨੀ ਗੁਰਸਿੱਖੀ ਦੀ ਇਹ ਨਿਸ਼ਾਨੀ ਕਬੀਰੀ ਰੋੜਾ ਹੋਏ ਰੋ ਪਾਟਕਾ कबीर रोड़ा होए रो बाटका ताज मन का अभिमान ऐसा कोई दास होए आहे मिले भगवान ए निशानी गुर
ਗੁਰਸਿੱਖੀ ਦੀ ਇਹ ਨਿਸ਼ਾਨੀ ਇਹ ਨਿਸ਼ਾਨੀ ਗੁਰਸਿੱਖੀ ਦੀ ਇਹ ਨਿਸ਼ਾਨੀ ਇਹ ਨਿਸ਼ਾਨੀ ਇਹ ਨਿਸ਼ਾਨੀ ਗੁਰਸਿੱਖੀ ਦੀ ਇਹ ਨਿਸ਼ਾਨੀ ਇਹ ਨਿਸ਼ਾਨੀ ਗੁਰਸਿੱਖੀ ਦੀ ਇਹ ਨਿਸ਼ਾਨੀ ਗੁਰਸਿੱਖੀ ਦੀ ਇਹ ਨਿਸ਼ਾਨੀ रोक न काहू संग करो रोस न काहू संग करो आपन आप विचार गुरसिੱਖੀ ਦੀਆਂ ਨਿਸ਼ਾਨੀਆਂ ਜੇ ਸਾਧ ਸੰਗਤ ਸੰਸਾਰ ਵਿੱਚ ਰਹਿਣ ਦੀ ਜਾਚ ਸਿਖਾਈ ਹੈ ਆ ਸੁਣਿਓ ਜੀ ਪੰਕਤੀਆਂ ਪਿਆਰ ਨਾਲ ਰੋਸ ਨਾ ਕਾਹੂ ਸੰਗ ਕਰ ਆਪਣੇ ਆਪ ਵਿਚਾਰ ਕੋਈ ਗੱਲ ਹੋਵੇ ਕਹਿੰਦੇ ਕਿਸੇ ਨਾਲ ਰੋਸ ਨਾ ਕਰ ਆਪਣੀ ਪਹਿਲੇ ਗਲਤੀ ਲੱਗ ਹੱਥ ਸਤਨਾਮ रोस ना काहू संग करो आपन आप विचारे होए ने माना जग रहा होए ने माना जग रहो नानक नजरी पा ए निशानी गुरसिੱਖੀ ਦੀ ਇਹ ਨਿਸ਼ਾਨੀ ਨਿਸ਼ਾਨੀ ਗੁਰਸਿੱਖੀ ਦੀ ਇਹ ਨਿਸ਼ਾਨੀ ਇਹ ਨਿਸ਼ਾਨੀ ਗੁਰਸਿੱਖੀ ਦੀ ਇਹ ਨਿਸ਼ਾਨੀ ਮੁਰਦਾ ਹੋਏ ਮੁਰੀਦ ਨਾ ਕੱਲੀ ਹੋਵਣਾ ਸਾਬਰ ਸਿਦਕ ਸ਼ਹੀਦ ਭਰਮ ਪਉ ਖੋਵਣਾ ਗੋਲਾ ਮੁੱਲ ਖਰੀਦ ਕਾਰੇ ਜੋਵਣਾ ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ ਪੀਹਣ ਹੋਏ ਜਦੀਦ ਪਾਣੀ ਢੋਵਣਾ ਪੱਖੇ ਦੀ ਤਾਕੀਦ ਪੱਗ ਮਲ ਧੋਵਣਾ ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ ਦਰ ਦਰਵੇਸ ਰਸੀਦ ਪਿਰਮ ਰਸ ਭੋਵਣਾ ਚੰਦ ਮੁਬਾਰਕ ਈਦ ਪੁਗ ਖਲੋਵਣਾ ਗੋਲਾ ਮੁੱਲ ਖਰੀਦ ਇਹਨੀ ਨਿਮਰਤਾ ਹੋਵੇ ਗੁਰਸਿੱਖੀ ਗੋਲਾ ਮੁੱਲ ਖਰੀਦ ਕਾਰੇ ਜੋਵਣਾ ਇਹ ਨਿਸ਼ਾਨੀ ਗੁਰਸਿੱਖੀ ਦੀ ਇਹ ਨਿਸ਼ਾਨੀ 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 ਸਾਧ ਸੰਗਤ ਪਤਾ ਨਹੀਂ ਕਿਤਨੀ ਕੁ ਪਿਆਰੀ ਸੜਕ ਹੈ ਗੁਰਸਿੱਖੀ ਦੀ ਅਗਰ ਕੋਈ ਇਸ ਸੜਕ ਨੂੰ ਸਮਝ ਲਵੇ
ਮੈਨੂੰ ਬਾਬਾ ਆਨੰਦ ਸਿੰਘ ਜੀ ਦੇ ਬਚਨ ਯਾਦ ਆ ਜਾਂਦੇ। ਬਾਬਾ ਜੀ ਆਖਦੇ ਸਨ, ਨਾਮ ਜਪਣਾ ਔਖਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੇ ਨਾਲ ਹੀ ਸੇਵਕ ਨੂੰ ਸਵਾਲ ਕਰਨਾ ਕਿ ਭਾਈ ਨਾਮ ਜਪਣ ਤੋਂ ਵੀ ਕੋਈ ਔਖੀ ਚੀਜ਼ ਹੈ? ਤੇ ਸੇਵਕਾਂ ਨੇ ਹੱਥ ਜੋੜ ਦੇਣੇ, ਕਹਿਣੇ ਬਾਬਾ ਜੀ ਆਪ ਹੀ ਸਮਤ ਬਖਸ਼ੋ। ਬਾਬਾ ਜੀ ਨੇ ਕਹਿਣਾ, ਹਾਂ ਬਈ, ਨਾਮ ਜਪਣ ਤੋਂ ਵੀ ਇੱਕ ਹੋਰ ਔਖਾ ਕੰਮ ਹੈ। ਜਿਉ ਕਿ ਬਾਬਾ ਜੀ ਕਹਿੰਦੇ ਨਾਮ ਜਪਣਾ ਔਖਾ ਹੈ, ਪਰ ਨਾਮ ਜਪਣ ਤੋਂ ਬਾਅਦ ਇੱਕ ਹੋਰ ਚੀਜ਼ ਔਖੀ ਹੈ ਜੀ। ਉਹ ਕੀ? ਕਹਿੰਦੇ ਨਾਮ ਜਪ ਕੇ ਨਾਮ ਨੂੰ ਸੰਭਾਲਣਾ ਉਸ ਤੋਂ ਵੀ ਔਖਾ ਹੈ। ਆਖ ਸਤਿਨਾਮ ਸ੍ਰੀ ਵਾਹਿਗੁਰੂ। ਆ ਸੰਗਤ ਗੁਰਸਿੱਖੀ ਦੀ ਬਰੀਕੀ ਨੂੰ ਜਿਹੜਾ ਸਮਝ ਲਵੇ, ਉਹਨੂੰ ਨਾਮ ਜਪ ਕੇ ਨਾਮ ਸੰਭਾਲਣ ਦੀ ਵੀ ਜਾਚ ਆ ਜਾਂਦੀ। ਕਿਉਂਕਿ ਤੁਸੀਂ ਨਾਮ ਜਪ ਕੇ ਰਿੱਧੀ ਸਿੱਧੀ 'ਚ ਪੈ ਜਾਓ, ਕ੍ਰੋਧ 'ਚ ਆ ਜਾਓ, ਬਾਹਰ ਸਰਾਪਾਂ 'ਚ ਪੈ ਜਾਓ। ਇੱਕ ਵਾਰੀ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬੜੀ ਦੁਨੀਆ ਅਨੇਕਾਂ ਸਿੱਧ ਅਨੇਕਾਂ ਪੀਰ ਫਕੀਰ ਇਸੇ 'ਚ ਫਸ ਗਏ। ਨਾਮ ਜਪ ਕੇ ਵੀ, ਘਰ ਛੱਡ ਕੇ ਵੀ। ਜਿਨੇ ਗੁਰਸਿੱਖੀ ਦੀ ਸੜਕ ਨੂੰ ਸਮਝ ਲਿਆ ਕਿ ਨਾਮ ਜਪਣ ਤੋਂ ਬਾਅਦ ਵੀ ਕਿਵੇਂ ਗੋਲਾ ਬਣਨਾ ਹੈ, ਕਿਵੇਂ ਨਿਮਰਤਾ ਦੀ ਪੜ੍ਹਾਈ ਕਰਨੀ ਹੈ। ਅੱਜ ਜਿਹੜੀ ਬਾਤ ਭਾਈ ਗੁਰਦਾਸ ਜੀ ਦੀ ਦਾਸ ਨੇ ਲਈ ਤੇ ਇਹਦੇ 'ਚ ਪਾਣੀ ਦਾ ਜ਼ਿਕਰ ਆਇਆ 7-8 ਪੰਕਤੀਆਂ ਵਿੱਚ। ਧਰਤੀ ਪੈਰਾਂ ਹੇਠ ਹੈ, ਬੜੀ ਨਿਰਮਾਣਤਾ ਧਰਤੀ ਉੱਪਰ। ਕਹਿੰਦੇ ਉਸ ਤੋਂ ਵੀ ਧਰਤੀ ਤੋਂ ਥੱਲੇ ਵੀ ਪਾਣੀ ਹੈ। ਧਰਤੀ ਹੇਠ ਵਸੰਦਾ ਪਾਣੀ, ਪਾਣੀ ਚਲੇ ਨਿਵਾਣ ਨੂੰ, ਨਿਰਮਲ ਸੀਤਲ ਸ਼ੁੱਧ ਪ੍ਰਾਣੀ। ਪਾਣੀ ਦੀ ਇੱਕ ਮਿਸਾਲ ਦਿੱਤੀ ਭਾਈ ਗੁਰਦਾਸ ਜੀ ਨੇ ਕਿ ਕਿਤਨੀ ਇਹਦੇ 'ਚ ਨਿਮਰਤਾ ਹੈ, ਤੇ ਉਹਦੀ ਮਿਸਾਲ ਦੇ ਕੇ ਸਾਨੂੰ ਗੁਰਸਿੱਖੀ ਦੀ ਨਿਸ਼ਾਨੀ ਤੇ ਤੋਰਨ ਦਾ ਯਤਨ ਕਰ ਰਹੇ ਨੇ। ਜਿਹੜਾ ਇਸ ਗੁਰਸਿੱਖੀ ਦੀਆਂ ਨਿਸ਼ਾਨੀਆਂ ਨੂੰ ਸਾਧ ਸੰਗਤ ਸਮਝ ਲਵੇ, ਉਹਨੂੰ ਨਾਮ ਨੂੰ ਸੰਭਾਲਣ ਦੀ ਜਾਂਦੀ ਹੈ ਕਿ ਕਿਵੇਂ ਪਾਣੀ ਵਾਂਗ ਨਿਮਰਤਾ ਰੱਖਣੀ ਹੈ। ਯਾਦ ਰੱਖਣਾ, ਇਹ ਮਹਾਂਪੁਰਸ਼ਾਂ ਦੇ ਬਚਨ ਨੇ। ਪਰਮੇਸ਼ਰ ਦੇ 4 ਸਰੂਪ ਨੇ। ਇੱਕ ਵਾਰੀ ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੁਸੀਂ ਕਹੋਗੇ ਪਰਮੇਸ਼ਰ ਦੇ 4 ਸਰੂਪ ਕਿਹੜੇ? ਇਹ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ ਬਚਨ ਕਰਦੇ ਸੀ। ਆਖਦੇ ਸਨ ਪਰਮੇਸ਼ਰ ਦੇ 4 ਸਰੂਪ ਨੇ ਭਾਈ। ਉਹ ਕਿਹੜੇ? ਪਹਿਲਾ ਨਿਰਗੁਣ, ਜਿਹਨੂੰ ਕਹਿੰਦੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਉਹਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ। ਤੇ ਆਖਦੇ ਸਨ ਇੱਕ ਦੂਜਾ ਸਰੂਪ ਹੈ ਸਰਗੁਣ। ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ, ਤੇਰੇ ਬੰਕੇ ਲੋਹੇ ਦੰਦ ਰਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਪਰ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਪਰਮੇਸ਼ਰ ਦਾ ਦੂਜਾ ਸਰੂਪ ਹੈ ਸਰਗੁਣ। ਤੇ ਕਹਿੰਦੇ ਸਨ ਪਰਮੇਸ਼ਰ ਦਾ ਤੀਜਾ ਸਰੂਪ ਹੈ ਗੁਰਬਾਣੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੇ ਕਹਿੰਦੇ ਸਨ ਪਰਮੇਸ਼ਰ ਦਾ ਚੌਥਾ ਸਰੂਪ ਹੈ ਨਿਮਰਤਾ। ਸਾਰੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਨੇ ਇਸ ਨਿਮਰਤਾ ਨੂੰ ਸਮਝ ਲਿਆ, ਉਹਨੇ ਪਰਮੇਸ਼ਰ ਨੂੰ ਪਾ ਲਿਆ। ਜਿਸਨੇ ਨਿਮਰਤਾ ਦੀ ਪੜ੍ਹਾਈ ਕਰ ਲਈ, ਪਾਣੀ ਦਾ ਜ਼ਿਕਰ ਕੀਤਾ ਭਾਈ ਗੁਰਦਾਸ ਜੀ ਨੇ, ਤਪਦਾ ਪਰਉਪਕਾਰ। ਜਿਨੇ ਨਿਮਰਤਾ ਦੀ ਪੜ੍ਹਾਈ ਕਰ ਲਈ, ਉਸਨੇ ਪਰਮੇਸ਼ਰ ਨੂੰ ਸਾਧ ਸੰਗਤ ਪਾ ਲਿਆ। ਗੁਰਸਿੱਖੀ ਦੀ ਇਹ ਨਿਸ਼ਾਨੀ ਸਾਰੇ ਪਹੁੰਚ ਜਾਂਦੀ। ਇਹ ਭਾਈ ਗੁਰਦਾਸ ਜੀ ਨੇ ਸਰੂਪ ਖਿੱਚਿਆ ਸਿੱਖ ਦਾ।
ਆਨੰਦ ਤੇ ਤਾਂ ਹੀ ਹੈ ਨਾ ਇਹ ਕੀਰਤਨ ਸੁਣਨ ਦਾ, ਵਾਰ ਸੁਣਨ ਦਾ, ਵਾਰ ਨੂੰ ਸਮਝਣ ਦਾ। ਇਹ ਨਿਸ਼ਾਨੀ ਆਪਣੇ ਅੰਦਰ ਝਾਤੀ ਪਾਈ ਹੈ ਕਿ ਜੇ ਪੰਕਤੀ ਆਈ ਹੈ ਕਿ ਗੁਰਸਿੱਖ ਦੀ ਨਿਸ਼ਾਨੀ ਹੈ ਕਿ ਤਪਦਾ ਪਰਉਪਕਾਰ ਨੂੰ, ਕਿ ਜਿਹੜਾ ਗੁਰਸਿੱਖ ਹੈ ਉਹ ਪਰਉਪਕਾਰ ਨੂੰ ਤੜਫਦਾ ਹੈ ਕਿ ਹੇ ਵਾਹਿਗੁਰੂ ਮੇਰੇ ਹੱਥੋਂ ਕੋਈ ਪਰਉਪਕਾਰ ਹੋਵੇ। ਇੱਕ ਵਾਰੀ ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ, ਤਿੰਨ ਤਰ੍ਹਾਂ ਦੇ ਲੋਕ ਨੇ ਧਰਤੀ ਤੇ। ਨੋਟ ਕਰਨਾ, ਤਿੰਨਾਂ ਦੀਆਂ ਨਿਸ਼ਾਨੀਆਂ ਦਾ ਦੱਸਣ ਲੱਗਾ, ਜ਼ਰੂਰ ਵੇਖਣਾ ਅਸੀਂ ਕਿਹੜੀ ਗਿਣਤੀ ਚ। ਤਿੰਨ ਤਰ੍ਹਾਂ ਦੇ ਲੋਕ ਨੇ ਧਰਤੀ ਤੇ। ਇੱਕ ਤੇ ਲੋਕ ਉਹ ਨੇ ਦੂਸਰੇ ਦਾ ਹੱਕ ਮਾਰਨ ਵਾਲੇ। ਆਪ ਸਤਿਨਾਮ ਸ੍ਰੀ ਵਾਹਿਗੁਰੂ। ਉਹਨਾਂ ਨੇ ਪਰਉਪਕਾਰ ਕੀ ਕਰਨਾ ਹੈ, ਕਿਸੇ ਦਾ ਹੱਕ ਆ ਜੇ ਮਾਰ ਲੈਂਦੇ ਨੇ। ਦੂਜੇ ਨਾਲ ਬੁਰਾ ਕਰਨ ਵਾਲੇ, ਦੂਜੇ ਨਾਲ ਠੱਗੀ ਕਰਨ ਵਾਲੇ। ਆ ਨਿਸ਼ਾਨੀ ਜੇ ਜ਼ਰੂਰ ਝਾਤੀ ਪਾਓ ਕਿਤੇ ਅਸੀਂ ਇਹਨਾਂ ਦੀ ਗਿਣਤੀ ਤੇ ਨਹੀਂ। ਧਰਤੀ ਤੇ ਤਿੰਨ ਤਰ੍ਹਾਂ ਦੇ ਲੋਕ ਨੇ। ਇੱਕ ਉਹ ਜਿਹੜੇ ਦੂਜੇ ਦਾ ਹੱਕ ਮਾਰ ਲੈਂਦੇ ਨੇ, ਦੂਜੇ ਨਾਲ ਠੱਗੀ ਕਰ ਲੈਂਦੇ ਨੇ, ਦੂਜੇ ਦਾ ਬੁਰਾ ਕਰ ਦਿੰਦੇ ਨੇ ਆਪਣੇ ਲਾਭ ਲਈ। ਇੱਕ ਦੂਸਰੀ ਤਰ੍ਹਾਂ ਦੇ ਲੋਕ ਨੇ ਸਾਧ ਸੰਗਤ ਕਿ ਜਿਹੜੇ ਕਿਸੇ ਦਾ ਹੱਕ ਨਹੀਂ ਮਾਰਦੇ, ਕਿਸੇ ਦਾ ਬੁਰਾ ਨਹੀਂ ਕਰਦੇ। ਪਰ ਨੋਟ ਕਰਨਾ ਬਰੀਕੀ ਜੇ, ਇਹ ਦੂਜੀ ਤਰ੍ਹਾਂ ਦੇ ਲੋਕ ਕਿਸੇ ਦਾ ਹੱਕ ਨਹੀਂ ਮਾਰਦੇ, ਕਿਸੇ ਨਾਲ ਬੁਰਾ ਨਹੀਂ ਕਰਦੇ, ਪਰ ਕਿਸੇ ਨਾਲ ਭਲਾ ਵੀ ਨਹੀਂ ਕਰਦੇ। ਆਪ ਸਤਿਨਾਮ। ਇਹਨਾਂ ਨੂੰ ਕਹਿੰਦੇ ਵੀ ਆਪਣੇ ਆਪ 'ਚ ਮਸਤ ਰਹਿੰਦੇ, ਆਪਣੀ ਜ਼ਿੰਦਗੀ ਨਾਲ ਮਸਤ, ਵੀ ਨਾ ਕਿਸੇ ਨਾਲ ਬੁਰਾ ਕਰਨਾ ਹੈ ਤੇ ਨਾ ਕਿਸੇ ਦੇ ਪਰਉਪਕਾਰ ਲਈ ਕੰਮ ਆ ਜਾਵੇ। ਆਪ ਸਤਿਨਾਮ। ਸਾਧ ਸੰਗਤ, ਪਾਓ ਝਾਤੀ। ਸਾਡੀ ਗਿਣਤੀ ਕਿਹਨਾਂ ਵਿੱਚ ਹੈ? ਜ਼ਰੂਰ ਝਾਤੀ ਪਾਓ ਸਾਡੀ ਗਿਣਤੀ ਕਿਹਨਾਂ ਵਿੱਚ ਹੈ? ਇਹ ਜਿਹੜੇ ਤੀਜੀ ਤਰ੍ਹਾਂ ਦੇ ਲੋਕ ਨੇ ਕਿ ਜ਼ਿੰਦਗੀ ਵਿੱਚ ਕਿਸੇ ਦੇ ਪਰਉਪਕਾਰ ਲਈ ਜੀਂਦੇ ਨੇ। ਅਨੇਕਾਂ ਜਥੇ ਕੀਰਤਨ ਦੇ ਨਿਸ਼ਕਾਮ ਸੇਵਾ ਵੀ ਕਰਦੇ ਨੇ। ਕਈਆਂ ਨੂੰ ਪੁੱਛੀਦਾ ਕਿ ਜਿਹੜੀ ਮਾਇਆ ਆ ਜੇ ਕੀ ਕਰਦੇ ਹੋ? ਤੇ ਉਹ ਦੱਸਦੇ ਨੇ ਜਦੋਂ ਵੀ ਕਿਸੇ ਗਰੀਬ ਬੱਚੀ ਦੀ ਸ਼ਾਦੀ ਤੇ ਲਾਣੇ ਆ, ਕਿਸੇ ਵਿਧਵਾ ਬੀਬੀ ਦੇ ਲੋੜ ਲਈ ਲਾਉਨੇ ਹਾਂ। ਇਹ ਸਮਝ ਲੈਣਾ ਕਿ ਤੀਜੀ ਤਰ੍ਹਾਂ ਦੇ ਲੋਕ ਨੇ ਜਿਹੜੇ ਆਪਣੇ ਜੀਵਨ ਤੱਕ ਵੀ ਨਹੀਂ ਸੀਮਤ, ਕਿਸੇ ਦਾ ਹੱਕ ਵੀ ਨਹੀਂ ਮਾਰਦੇ, ਪਰਉਪਕਾਰ ਲਈ ਆਪਣਾ ਜੀਵਨ ਲਾਇਆ ਹੈ। ਆਪ ਸਤਿਨਾਮ। ਭਾਈ ਗੁਰਦਾਸ ਜੀ ਦੀ ਨਿਸ਼ਾਨੀ ਮੁਤਾਬਕ ਯਤਨ ਕਰਨਾ ਕਿ ਇਹ ਤੀਜੀ ਤਰ੍ਹਾਂ ਦੇ ਲੋਕਾਂ ਵਿੱਚ ਸਾਡੀ ਗਿਣਤੀ ਆ ਜਾਵੇ। ਸਾਧ ਸੰਗਤ, ਗੁਰਸਿੱਖੀ ਦੀ ਇਹ ਨਿਸ਼ਾਨੀ। ਆ ਮੈਨੂੰ ਬਚਨ ਯਾਦ ਆ ਗਿਆ, ਬੜਾ ਪਿਆਰਾ। ਕਰਤਾਰਪੁਰ, ਜਿੱਥੇ ਗੁਰੂ ਨਾਨਕ ਬਾਬਾ ਜੀ ਦੇ ਚਰਨ ਪਏ ਨੇ। ਅਖੀਰਲਾ ਸਮਾਂ ਸਰੀਰ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਕਰਤਾਰਪੁਰ ਬਤੀਤ ਹੋਇਆ। ਸਾਧ ਸੰਗਤ, ਗੁਰੂ ਨਾਨਕ ਬਾਬਾ ਜੀ ਕਰਤਾਰਪੁਰ ਵਿੱਚ ਸਰੀਰ ਕਰਕੇ ਅਖੀਰਲਾ ਸਮਾਂ ਬਿਤਾਇਆ ਤੇ ਇੱਕ ਦਿਨ ਜਾ ਰਹੇ ਨੇ ਤੇ ਕੀ ਵੇਖਦੇ ਆ, ਇੱਕ ਭਰਾ ਆਪਣੇ ਘਰੋਂ ਕਣਕ ਕੱਢ ਕੇ ਤੇ ਵੱਡੇ ਭਰਾ ਦੇ ਡਰਮ 'ਚ ਪਾਈ ਜਾ ਰਹੇ। ਆਪ ਸਤਿਨਾਮ ਸ੍ਰੀ ਵਾਹਿਗੁਰੂ। ਸੁਣਿਆ ਜਾ ਗੁਰਸਿੱਖੀ ਕੀ ਹੈ, ਅਸੀਂ ਕਿੱਥੇ ਖੜੇ ਹਾਂ। ਗੁਰੂ ਨਾਨਕ ਬਾਬਾ ਜੀ ਪੁੱਛਦੇ ਆ ਤੇ ਭਾਈ ਇਹ ਕੀ ਕਰ ਰਹੇ? ਕਹਿੰਦਾ ਜੀ ਇਹ ਮੈਂ ਕਣਕ ਆਪਣੇ ਘਰੋਂ ਕੱਢ ਕੇ ਤੇ ਵੱਡੇ ਭਰਾ ਦੇ ਡਰਮ 'ਚ ਪਾ ਰਿਹਾ ਵਾਂ। ਵੱਡਾ ਭਰਾ ਕਿਧਰੇ ਗਿਆ ਹੈ ਤੇ ਉਹਦੇ ਹੁੰਦਿਆਂ ਉਹਨੂੰ ਜੇ ਮੈਂ ਕਣਕ ਪਾਵਾਂ ਉਹਨੇ ਲੈਣੀ ਨਹੀਂ ਤੇ ਮੇਰਾ ਚਿੱਤ ਕਰਦਾ ਕਿ ਮੈਂ ਉਹਦੀ ਕੋਈ ਮਦਦ ਕਰਾਂ। ਆਪ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਬਾਬਾ ਜੀ ਕਹਿੰਦੇ ਆ ਕਿ ਵੱਡੇ ਭਰਾ ਤੇ ਛੋਟਿਆਂ ਦੀ ਮਦਦ ਕਰਦੇ ਆ।
ਤੇ ਤੂੰ ਛੋਟਾ ਹੋ ਕੇ ਵੱਡੇ ਦੇ ਡਰਮ 'ਚ ਕਣਕ ਪਾਈ ਜਾ ਰਿਹਾ। ਕਹਿੰਦਾ ਜੀ ਜਦੋਂ ਸਾਡੇ ਘਰ ਦੀ ਘਰੇਲੂ ਵੰਡ ਹੋਈ ਏ ਤੇ ਮੇਰੇ ਹਿੱਸੇ ਜ਼ਮੀਨ ਜ਼ਿਆਦਾ ਆਈ ਏ ਤੇ ਵੱਡੇ ਭਰਾ ਦੇ ਹਿੱਸੇ ਜ਼ਮੀਨ ਘੱਟ ਆਈ ਏ। ਉਹਦੇ ਕੋਲ ਜ਼ਮੀਨ ਘੱਟ ਏ, ਮੇਰੇ ਕੋਲ ਜ਼ਿਆਦਾ ਹੈ। ਇਸ ਲਈ ਮੈਂ ਚਾਹੁੰਦਾ ਹਾਂ ਕਿ ਮੇਰੇ ਘਰੋਂ ਮੈਂ ਆਪਣੇ ਭਰਾ ਲਈ ਕੁਝ ਪਰਉਪਕਾਰ ਕਰ ਲਾਂ। ਸਾਰੇ ਆਖੋ ਸਤਨਾਮ। ਆ ਵੇਖਿਓ ਤੂੰ ਸਿੱਖੀ ਮਹਾਰਾਜ ਨਾ ਬਲਿਹਾਰ ਹੋ ਕੇ ਗਏ, ਕਹਿੰਦੇ ਆ ਹੈ ਸਿੱਖੀ। ਦੂਜੇ ਦਿਨ ਮਹਾਰਾਜ ਜੀ ਲੰਘਣ ਦੇ ਬਾਬਾ ਜੀ ਕੀ ਵੇਖਦੇ ਆ ਕਿ ਵੱਡਾ ਭਰਾ ਆਪਣੇ ਘਰੋਂ ਕਣਕ ਕੱਢ ਕੇ ਤੇ ਛੋਟੇ ਭਰਾ ਦੇ ਡਰਮ 'ਚ ਪਾਈ ਜਾ ਰਹੇ। ਆਪ ਸਤਨਾਮ। ਤੇ ਗੁਰੂ ਬਾਬਾ ਜੀ ਕਹਿੰਦੇ ਆ, ਕਹਿੰਦੇ ਭਾਈ ਇਹ ਕੀ ਕਰ ਰਹੇ? ਕਹਿੰਦੇ ਛੋਟਾ ਭਰਾ ਕਿਧਰੇ ਗਿਆ ਤੇ ਮੈਂ ਕਣਕ ਆਪਣੇ ਘਰੋਂ ਕੱਢ ਕੇ ਉਹਦੇ ਡਰਮ 'ਚ ਪਾਈ ਜਾ ਰਿਹਾ। ਤੇ ਬਾਬਾ ਜੀ ਅੱਗੋਂ ਕਹਿੰਦੇ ਵੀ ਤੂੰ ਉਹਦੇ ਕਿਉਂ ਡਰਮ 'ਚ ਪਾਈ ਜਾ ਰਿਹਾ? ਸਾਨੂੰ ਤੇ ਪਤਾ ਲੱਗਾ ਵੀ ਤੇਰੇ ਕੋਲ ਅੱਗੇ ਜ਼ਮੀਨ ਘੱਟ ਏ। ਕਹਿੰਦਾ ਹਾਂ ਜੀ ਜ਼ਮੀਨ ਤੇ ਮੇਰੇ ਕੋਲ ਘੱਟ ਹੀ ਏ, ਪਰ ਜਿਤਨਾ ਆਇਆ ਗਿਆ ਹੈ ਪਰਿਵਾਰ ਦਾ ਉਹ ਛੋਟੇ ਭਰਾ ਘਰ ਹੀ ਠਹਿਰਦਾ ਹੈ, ਖਰਚਾ ਇਹਦਾ ਜ਼ਿਆਦਾ ਹੈ। ਆਖੋ ਸਤਨਾਮ। ਇਸ ਲਈ ਖਰਚਾ ਇਹਦਾ ਜ਼ਿਆਦਾ ਆਇਆ ਗਿਆ ਸਾਰਾ ਇੱਥੇ ਰੁਕਦਾ ਤੇ ਮੈਂ ਇਹਦੇ ਸਾਹਮਣੇ ਨੂੰ ਕਣਕ ਦੇਵਾਂ ਤੇ ਗੱਲ ਕੁਝ ਲੈਣੀ ਨਹੀਂ ਉਹਨੇ। ਉਹ ਕਿਧਰੇ ਗਿਆ ਤੇ ਮੈਂ ਸੋਚਦਾ ਵਾਂ ਕਿ ਹੁਣ ਸਮਾਂ ਹੈ ਕਿ ਮੈਂ ਵੀ ਇਹ ਪਰਉਪਕਾਰ ਖੱਟ ਲਵਾਂ। ਆਖੋ ਸਤਨਾਮ। ਆ ਜਰਾ ਝਾਤੀ ਪਾਇਓ ਕਿ ਅੱਜ ਕੱਲ ਦੇ ਜਿਹੜੇ ਬਹੁ ਗਿਣਤੀ ਭਰਾਵਾਂ ਦਾ ਕੀ ਹਾਲ ਏ। ਤੇ ਇਹ ਵੀ ਵੇਖ ਲਓ ਗੁਰੂ ਨਾਨਕ ਸਾਹਿਬ ਸਮੇਂ ਮਹਾਰਾਜ ਨੇ ਉਸ ਵੇਲੇ ਆਖਿਆ, ਕਹਿੰਦੇ ਆਹ ਹੈ ਗੁਰਸਿੱਖੀ ਕਿ ਕਿਸੇ ਦੇ ਲਈ ਪਰਉਪਕਾਰ ਕਰਨ ਵਾਸਤੇ ਹਿਰਦਾ ਤੜਫਣਾ ਸਾਧ ਸੰਗਤ। ਇਹ ਹੈ ਗੁਰਸਿੱਖੀ। ਬਾਕੀ ਮੈਂ ਇੱਕ ਬੇਨਤੀ ਕਰਦੇ ਆ, ਤੁਸੀਂ ਜ਼ਿੰਦਗੀ 'ਚ ਜਦੋਂ ਪਰਉਪਕਾਰੀ ਬਣ ਜਾਵੋ, ਕੋਈ ਤੁਹਾਡੇ ਕੋਲ ਗੁਣ ਹੋਵੇ, ਕਿਸੇ ਲੋੜਵੰਦ ਲਈ ਲੇਖੇ ਲੱਗਣ ਲੱਗ ਪਏ ਤੇ ਪਰਉਪਕਾਰ ਦੇ ਅੱਗੇ ਜਾ ਕੇ ਦੋ ਹਿੱਸੇ ਹੋ ਜਾਂਦੇ ਨੇ। ਉਹ ਪਤਾ ਕੀ? ਇੱਕ ਖੁਸ਼ਬਈ ਪਰਉਪਕਾਰ, ਇੱਕ ਸਵਾਰਥੀ ਪਰਉਪਕਾਰ। ਆਪ ਸਤਨਾਮ। ਬੜੀ ਬਰੀਕ ਜੇ ਗੁਰਸਿੱਖੀ ਜ਼ਰੂਰ ਸਮਝਣਾ। ਤੁਸੀਂ ਕਿਸੇ ਨੂੰ ਬੈਂਕ 'ਚੋਂ ਮਿਹਨਤ ਲਾ ਕੇ ਕਾਗਜ਼ ਭਰੇ, ਨਾਲ ਗਏ, ਅਫਸਰ ਨੂੰ ਮਿਲੇ, ਲੋਨ ਲੈ ਕੇ ਦਿੱਤਾ। ਜਿਹਨੂੰ ਬੈਂਕ 'ਚੋਂ ਲੋਨ ਲੈ ਕੇ ਦਿੱਤਾ ਤੇ ਵਿੱਚੋਂ ਕੀ 1000-1500 ਆਪ ਖਾ ਲਿਆ ਕਿ ਬਈ ਮੈਂ ਤੇਰਾ ਕੰਮ ਕਰਾਇਆ। ਇਹ ਪਰਉਪਕਾਰ ਨਹੀਂ, ਇਹ ਸਵਾਰਥੀ ਪਰਉਪਕਾਰ ਹੈ। ਆਪ ਸਤਨਾਮ। ਇਸ ਨੂੰ ਸਵਾਰਥੀ ਪਰਉਪਕਾਰ ਕਹਿੰਦੇ ਕਿ ਆਪਣੇ ਮਤਲਬ ਲਈ ਕਿਸੇ ਦੇ ਗੱਲ ਤੇ ਫੇਰੇ, ਕਿਸੇ ਦੇ ਕੰਮ ਲਈ ਫੇਰੇ ਮਾਰੇ। ਇੱਕ ਖੁਸ਼ਬਈ ਪਰਉਪਕਾਰ ਹੈ। ਖੁਸ਼ਬਈ ਪਰਉਪਕਾਰ ਕੀ ਹੈ ਕਿ ਇੱਥੇ ਹੁਣ 50 ਬੰਦੇ ਬੈਠੇ ਨੇ ਤੇ ਹੁਣੇ ਹੀ ਇੱਥੇ ਖੁਸ਼ਬੂ ਸੈਂਟ ਖਲੇਰ ਦਿਓ, ਖੁਸ਼ਬੂ ਸਾਰਿਆਂ ਨੂੰ ਆਏਗੀ ਪਰ ਜਗ੍ਹਾ ਨਹੀਂ ਘੇਰੇਗੀ। ਆਖੋ ਸਤਨਾਮ। ਜੇ ਜ਼ਿੰਦਗੀ 'ਚ ਪਰਉਪਕਾਰ ਕਰਨ ਦਾ ਮਨ ਤੁਹਾਡਾ ਬਣੇ ਤੇ ਇਹ ਪਰਉਪਕਾਰ ਕਰਿਓ, ਖੁਸ਼ਬਈ ਪਰਉਪਕਾਰ ਕਿ ਕਿਸੇ ਦਾ ਪਰਉਪਕਾਰ ਕਰੋ ਪਰ ਜਗ੍ਹਾ ਨਾ ਘੇਰਿਓ ਕਿ ਕੱਲ ਨੂੰ ਮੈਂ ਵੀ ਇਹਦੇ ਕੋਲੋਂ ਕੰਮ ਲੈਣਾ ਜਾਂ ਇਹਨੇ ਪੈਸੇ ਮੈਂ ਵੀ ਵਿੱਚੋਂ ਕੱਟਣੇ ਨੇ। ਆਖੋ ਸਤਨਾਮ। ਪਰਉਪਕਾਰ ਦੇ ਦੋ ਹਿੱਸੇ ਹੋ ਜਾਂਦੇ ਨੇ ਅੱਗੇ ਆ ਕੇ, ਸਵਾਰਥੀ ਪਰਉਪਕਾਰ, ਖੁਸ਼ਬੋਈ ਪਰਉਪਕਾਰ। ਜਦੋਂ ਪਰਉਪਕਾਰ ਕਰਨ ਤੇ ਚਿੱਤ ਕਰੇ ਤੇ ਇਹ ਪਰਉਪਕਾਰ ਕਰਨਾ ਜਿਵੇਂ ਖੁਸ਼ਬੂ। ਵੇਖੋ ਹੁਣੇ ਸੈਂਟ ਖਲੇਰ ਦਿਓ, ਤੁਸੀਂ ਕਹੋ ਸੈਂਟ ਨੇ ਜਗ੍ਹਾ ਘੇਰੀ, ਜਗ੍ਹਾ ਨਹੀਂ ਘੇਰੀ ਪਰ ਖੁਸ਼ਬੂ ਸਾਰਿਆਂ ਨੂੰ ਦੇਗੀ। ਇਹੋ ਜਿਹੀ ਖੁਸ਼ਬੂ ਗੁਰਸਿੱਖ ਨੇ ਬਣਨਾ, ਪਰਉਪਕਾਰੀ ਜੀਵਨ ਬਣਾਉਣਾ। ਆਓ ਬੜੇ ਪਿਆਰ ਨਾਲ ਹੋਰ ਵਿਚਾਰਾਂ ਸਰਵਣ ਕਰਦੇ ਆ। ਸੇਧ ਲੈਣਾ ਗੁਰਸਿੱਖੀ ਕਿਹਨੂੰ ਆਖਦੇ ਨੇ? ਆਖੋ ਸਤਨਾਮ। ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ, ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ, ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ। ਤਪਦਾ ਪਰ ਉਪਕਾਰ ਨੋ, ਤਪਦਾ ਪਰ ਉਪਕਾਰ ਨੋ, ਠੰਡੇ ਪਰ ਉਪਕਾਰ ਰਿਹਾਣੀ। ਤਪਦਾ ਪਰ ਉਪਕਾਰ ਨੋ, ਇਹ ਨਿਸ਼ਾਨੀ ਜੇ ਗੁਰਸਿੱਖੀ ਦੀ। ਤਪਦਾ ਪਰ ਉਪਕਾਰ ਨੋ,
ਠੰਡੇ ਪਰ ਉਪਕਾਰ ਵਿਹਾਣੀ, ਠੰਡੇ ਪਰ ਉਪਕਾਰ ਵਿਹਾਣੀ, ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ, 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 ਓ ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ, 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 ਤਪਦਾ ਪਰ ਉਪਕਾਰ ਨੂੰ, ਤਪਦਾ ਪਰ ਉਪਕਾਰ ਨੂੰ, ਠੰਡੇ ਪਰ ਉਪਕਾਰ ਵਿਹਾਣੀ, ਵਾਹਿਗੁਰੂ, ਤਪਦਾ ਪਰ ਉਪਕਾਰ ਨੂੰ, ਤਪਦਾ ਪਰ ਉਪਕਾਰ ਨੂੰ, ਠੰਡੇ ਪਰ ਉਪਕਾਰ ਵਿਹਾਣੀ, ਗੁਰ ਸਿੱਖੀ ਦੀ ਇਹ ਨਿਸ਼ਾਨੀ, ਗੁਰ ਸਿੱਖੀ ਦੀ ਇਹ ਨਿਸ਼ਾਨੀ, ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ। ਆਸਾ ਜੀ ਦੀ ਵਾਰ ਜਦੋਂ ਆਪ ਜੀ ਸਵੇਰ ਵੇਲੇ ਸਰਵਣ ਕਰਦੇ ਹੋ ਕਿ ਆਸਾ ਜੀ ਦੀ ਵਾਰ ਦੀ ਪਿਆਰ ਭਰੀ ਪੰਕਤੀ ਹੈ ਕਿ ਸੱਚੇ ਪ੍ਰਭੂ ਨੂੰ ਵੀ ਜਿਹੜਾ ਜਾਣਨਾ ਹੈ ਜੁਗਤੀ ਦੀ ਲੋੜ ਹੈ। ਆਪ ਸਤਿਨਾਮ ਸ੍ਰੀ ਵਾਹਿਗੁਰੂ ਸੰਗਤ, ਇਹ ਚਾਹੁੰਦੇ ਹੋ ਜਪਿਆ ਹੋਇਆ ਨਾਮ, ਕੀਤੀ ਹੋਈ ਬੰਦਗੀ ਲੇਖੇ ਵਿੱਚ ਪੈ ਜਾਵੇ, ਗੁਰਸਿੱਖੀ ਨੂੰ ਸਮਝਣਾ ਪਏਗਾ। ਜਿਵੇਂ ਦਾਸ ਨੇ ਜ਼ਿਕਰ ਕੀਤਾ ਹੈ, ਤਿੰਨ ਤਰ੍ਹਾਂ ਦੇ ਸਰੀਰ ਨੇ, ਇੱਕ ਉਹ ਹੱਕ ਮਾਰਨ ਵਾਲੇ, ਦੂਸਰੇ ਉਹ ਹੱਕ ਨਹੀਂ ਮਾਰਦੇ ਪਰ ਭਲਾ ਵੀ ਨਹੀਂ ਕਰਦੇ ਆਪਣੀ ਜ਼ਿੰਦਗੀ, ਤੀਜੇ ਉਹ ਜਿਹੜੇ ਪਰਉਪਕਾਰ ਲਈ ਤੜਪਦੇ ਨੇ। ਹੱਕ ਸਤਨਾਮ ਸ੍ਰੀ ਵਾਹਿਗੁਰੂ। ਸਾਡੇ ਕੋਲੋਂ ਕੋਈ ਨਿਰੰਕਾਰ ਸੰਸਾਰ ਦੇ ਭਲੇ ਲਈ ਸੇਵਾ ਲਵੇ, ਜਿਵੇਂ ਜ਼ਿਕਰ ਸੁਣਿਆ ਕਿ ਅੱਗੋਂ ਪਰਉਪਕਾਰ ਵੀ ਦੋ ਰੂਪ ਧਾਰਨ ਕਰ ਲੈਂਦਾ, ਇੱਕ ਖੁਸ਼ਬਾਈ ਪਰਉਪਕਾਰ, ਇੱਕ ਸਵਾਰਥੀ ਪਰਉਪਕਾਰ। ਤੇ ਗੁਰਸਿੱਖੀ ਦੀ ਨਿਸ਼ਾਨੀ ਸਮਝਿਓ, ਖੁਸ਼ਬਾਈ ਪਰਉਪਕਾਰ, ਜਗ੍ਹਾ ਨਾ ਘੇਰਨਾ ਪਰ ਪਰਉਪਕਾਰ ਕਰਨਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰਸਿੱਖੀ ਦੀ ਇਹ ਨਿਸ਼ਾਨੀ, ਪ੍ਰੀਤਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਇਹੀ ਰੋਗ ਨਾ ਲੱਗਈ ਪੱਲੇ ਸਭ ਕੁਛ ਪਾਏ। ਮੈਨੂੰ ਦੋ ਲਾਈਨਾਂ ਯਾਦ ਆ ਜਾਂਦੀਆਂ,
ਗੁਰੂ ਨਾਨਕ ਦੇ ਘਰ ਦੀ ਗੁਰਸਿੱਖੀ ਦੀ ਸੜਕ ਕੀ ਹੈ? ਬੁਰੇ ਨਾਲ ਸਭ ਬੁਰੀ ਕਰੇਂਦੇ। ਬੁਰੇ ਬੰਦੇ ਨਾਲ ਹਰ ਕੋਈ ਕਹਿੰਦਾ ਹੈ ਬੁਰਾ ਕਰੋ, ਲੇਕਿਨ ਗੁਰਸਿੱਖੀ ਕੀ ਜੇ ਸਮਝਿਓ, ਬੁਰੇ ਨਾਲ ਸਭ ਬੁਰੀ ਕਰੇਂਦੇ। ਮਾਫ ਕਰਨ ਕਈ ਸਿਆਣੇ ਨੇ ਥੋੜੀ ਜਿਹੀ ਗੁਰਸਿੱਖੀ ਨੂੰ ਸਮਝਿਆ, ਪੂਰਾ ਨਹੀਂ, ਕਹਿੰਦੇ ਮਾਫ ਕਰ ਦਿਓ। ਕਹਿੰਦੇ ਬੁਰੇ ਨਾਲ ਵੀ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਆਪ ਸਤਿਨਾਮ ਸ੍ਰੀ ਵਾਹਿਗੁਰੂ। ਬੁਰੇ ਨਾਲ ਵੀ ਨੇਕੀ ਕਰਨੀ ਗੁਰੂ ਨਾਨਕ ਦੇ ਗੁਰਸਿੱਖਾਂ ਦਾ ਕੰਮ। ਮੈਨੂੰ ਬਚਨ ਯਾਦ ਆ ਗਿਆ, ਗੁਰਸਿੱਖੀ ਕੀ ਹੈ? ਇਹ ਮੈਂ ਤਾਂ ਆਪ ਜੀ ਨੂੰ ਸਤਿਪੁਰਸ਼ਾਂ ਦੇ ਬਚਨ ਗੁਰਬਾਣੀ ਚੋਂ ਬਚਨ, ਇਤਿਹਾਸ ਚੋਂ ਬਚਨ ਸਾਂਝੇ ਕਰੀਦੇ ਆ ਕਿ ਉਹਦੇ ਨਾਲ ਨਕਸ਼ਾ ਸਾਹਮਣੇ ਆ ਜਾਂਦਾ, ਪੜ੍ਹਾਈ ਸਾਹਮਣੇ ਆ ਜਾਂਦੀ ਕਿ ਆਹ ਹੈ ਗੁਰਸਿੱਖੀ। ਬੁਰੇ ਨਾਲ ਵੀ ਨੇਕੀ ਕਰਨੀ। ਅਸੀਂ ਅੰਮ੍ਰਿਤਸਰ ਦੇ ਆਪ ਜੀ ਦੇ ਦਾਸ ਗਰੀਬ, ਤਰਨਤਾਰਨ ਰੋਡ ਤੇ ਗਿਲਵਾਲੀ ਪਿੰਡ ਹੈ, ਜਿਹਨੂੰ ਬਾਬਾ ਈਸ਼ਰ ਸਿੰਘ ਜੀ ਨੇ ਆਖਿਆ ਸੀ ਗਿਲਵਾਲੀ ਨਹੀਂ ਗੁਰੂ ਵਾਲੀ। ਆਪ ਸਤਿਨਾਮ ਸ੍ਰੀ ਵਾਹਿਗੁਰੂ। ਉੱਥੋਂ ਦੇ ਇੱਕ ਮਹਾਂਪੁਰਸ਼ ਹੁਣ ਚੋਲਾ ਬਦਲ ਚੁੱਕੇ ਨੇ, ਭਾਊ ਜੀ ਪਿਆਰ ਨਾਲ ਆਖਿਆ ਜਾਂਦਾ ਸੀ। ਉਹਨਾਂ ਦਾ ਨਾਂ ਸੀ ਸੰਤ ਬਾਬਾ ਗੁਰਕਿਰਪਾਲ ਸਿੰਘ ਜੀ, ਮਹਾਂਪੁਰਸ਼ਾਂ ਦਾ। ਬਹੁਤ ਸੰਗਤ ਨੇ ਆਉਣਾ, ਲਾਹਾ ਲੈਣਾ, ਗੁਰਬਾਣੀ ਨਾਲ ਜੁੜਨਾ, ਸੁਖਮਨੀ ਦੇ ਪਾਠ, ਜਪਜੀ ਸਾਹਿਬ ਦੇ ਪਾਠ, ਕਿਉਂਕਿ ਅਸਲੀ ਸੰਤ ਉਹੀ ਹੈ ਜੋ ਗੁਰਬਾਣੀ ਨਾਲ ਜੋੜ ਰਿਹਾ ਹੈ। ਗੁਰਸਿੱਖੀ ਕੀ ਹੈ? ਇਹ ਗਿਲਵਾਲੀ ਪਿੰਡ ਮਹਾਂਪੁਰਸ਼ ਸੰਤ ਬਾਬਾ ਗੁਰਕਿਰਪਾਲ ਸਿੰਘ ਜੀ, ਸਾਧ ਸੰਗਤ 4-5 ਸਰੀਰ ਉਹਨਾਂ ਕੋਲ ਆਏ, ਥੋੜੇ ਜਿਹੇ ਘਬਰਾਏ ਹੋਏ। ਆ ਕੇ ਕੀ ਕਹਿੰਦੇ ਆ? ਕਹਿੰਦੇ ਮਹਾਂਪੁਰਸ਼ੋ, ਸਾਡੇ ਇਸ ਸਥਾਨ ਤੋਂ ਕੋਈ ਚੋਰ ਥਾਲੀਆਂ ਚੁੱਕ ਕੇ ਲੈ ਗਿਆ। ਆਪ ਸਤਿਨਾਮ ਸ੍ਰੀ ਵਾਹਿਗੁਰੂ। ਗੁਰਸਿੱਖੀ ਕੀ ਤੇ ਸਾਡੀ ਬਿਰਤੀ ਕੀ? ਦਾਸ ਗਰੀਬ ਕੋਲੋਂ ਸੰਗਤ ਦੇ ਸਾਰੇ ਅਸੀਸਾਂ ਤੇ ਸਹਿਯੋਗ ਨਾਲ ਮਾਤਾ ਕੋਲਾਂ ਜੀ ਕੌਲਸਰ ਗੁਰਦੁਆਰੇ ਦੀ ਕਾਰ ਸੇਵਾ ਹੋਈ ਹੈ। ਉੱਥੇ ਅਸੀਂ ਵੀ ਉਹ ਪਿੱਤਲ ਦੇ ਹੈਂਡਲ ਲਗਾਏ ਸੀ। ਹਰ ਬੂਹੇ ਨੂੰ ਰੀਝ ਹੁੰਦੀ ਕਿ ਬਾਬੇ ਦੇ ਘਰ ਦੀ ਜਿਤਨੀ ਕਿ ਚਲੋ ਵਧੀਆ ਸੁੰਦਰਤਾ ਹੋ ਸਕਦੀ ਕਰੀਏ। ਤੇ ਗੁਰੂ ਘਰ ਚੜਾਉਣ ਵਾਲੇ ਵੀ ਆਉਂਦੇ, ਲਿਜਾਣ ਵਾਲੇ ਵੀ। ਜਦੋਂ ਅਸੀਂ ਪਿੱਤਲ ਦੇ ਹੈਂਡਲ ਲਾਏ ਤੇ ਤੀਜੇ ਦਿਨ ਵੇਖਿਆ ਕਿ 5-6 ਹੈਂਡਲ ਕੋਈ ਉਤਾਰ ਕੇ ਲੈ ਗਏ। ਆਪ ਸਤਿਨਾਮ ਸ੍ਰੀ ਵਾਹਿਗੁਰੂ। ਜਿਹਨੇ ਉਤਾਰੇ ਕੀ ਸਮਝ ਕੇ ਜਾ ਕੇ ਇਹਨੂੰ ਵੇਚ ਕੇ ਚਲੋ 10-20-100 ਰੁਪਏ ਭਾਵੇਂ ਸਾਡਾ ਜ਼ਿਆਦਾ ਲੱਗਾ, ਚੋਰੀ ਕਰਨ ਵਾਲੇ ਨੂੰ ਇਤਨਾ ਹੀ। ਦਾਸ ਨੇ ਜਦੋਂ ਹੈਂਡਲ ਲੱਥੇ ਵੇਖੇ ਤੇ ਨਾਲ 3-4 ਸਰੀਰ ਸੀ, ਮਨ 'ਚ ਕੀ ਫੁਰਨਾ ਬਣਿਆ ਕਿ ਬੰਦਾ ਲੱਭੀਏ, ਉਹਨੂੰ ਸਜ਼ਾ ਦੇਈਏ, ਉਹਨੂੰ ਪਕੜਾਈਏ, ਉਹਨੂੰ ਮਾਰੀਏ। ਅਸੀਂ ਆਪਣੀ ਅੰਦਰ ਦੀ ਹਾਲਤ ਦੱਸ ਰਹੇ ਹਾਂ, ਕਿੱਥੇ ਖੜੀ ਸੀ ਸਿੱਖੀ। ਆਪ ਸਤਿਨਾਮ ਸ੍ਰੀ ਵਾਹਿਗੁਰੂ। ਇਹ ਬਚਨ ਜਦੋਂ ਮੈਂ ਉਹਨਾਂ ਮਹਾਂਪੁਰਸ਼ਾਂ ਦਾ ਸੁਣਿਆ ਤੇ ਆਪਣੇ ਆਪ ਨੂੰ ਮੈਂ ਬਹੁਤ ਨੀਵਾਂ ਜਾਣਿਆ। ਆਪ ਸਤਿਨਾਮ ਸ੍ਰੀ ਵਾਹਿਗੁਰੂ। ਉਹ ਬਚਨ ਮੈਂ ਪੂਰਾ ਕਰ ਰਿਹਾ, ਤਾਂ ਵਿੱਚ ਆਪਣੀ ਗੱਲ ਆਉਂਦੀ ਅਸੀਂ ਕਿੱਥੇ ਆ ਤੇ ਸਿੱਖੀ ਕੀ ਹੈ। 4-5 ਬੰਦੇ ਮਹਾਂਪੁਰਸ਼ ਗਲਵਾਲੀ ਪਿੰਡ ਦੇ ਉਹਨਾਂ ਕੋਲ ਆ ਗਏ। ਸੰਤ ਬਾਬਾ ਗੁਰਕਿਰਪਾਲ ਸਿੰਘ ਜੀ ਨਾਮ ਉਹਨਾਂ ਦਾ। ਤੇ ਆ ਕੇ ਕੀ ਕਹਿਣ ਲੱਗੇ ਜੀ, ਕੋਈ ਚੋਰ ਥਾਲੀਆਂ ਇਸ ਸਾਡੇ ਸਥਾਨ ਤੋਂ ਚੁੱਕ ਕੇ ਲੈ ਗਿਆ। 200-250 ਥਾਲੀ ਚੁੱਕੀ ਗਈ, ਕੋਈ ਲੈ ਗਿਆ। ਤੇ ਵਿੱਚੋਂ ਇੱਕ ਬੋਲ ਪਿਆ ਜੀ ਆਗਿਆ ਦਿਓ ਤੇ ਪੁਲਿਸ ਕੋਲ ਰਿਪੋਰਟ ਕਰਾਈਏ। ਦੂਜਾ ਬੋਲ ਪਿਆ ਜੀ ਕਵੋ ਤੇ ਜਿਤਨੇ ਕੋਈ ਨਜ਼ਰ ਆਉਂਦੇ ਨੇ ਮੇਲੇ ਕੱਪੜਿਆਂ ਵਾਲੇ ਪਕੜੀਏ ਤੇ ਇਹਨਾਂ ਨੂੰ ਮਾਰ ਕੁੱਟ ਕੇ ਬਕਾਈਏ। ਦੇਖੋ ਇੱਕ ਗੁਰਸਿੱਖ ਮਹਾਂਪੁਰਸ਼ ਦੀ ਨਿਸ਼ਾਨੀ, ਗੁਰਸਿੱਖੀ ਦਾ ਰਾਹ ਸਮਝਣ ਵਾਲੇ ਦੀ। ਆਖ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਕੋਈ ਕੁਝ ਰਾਏ ਦਵੇ ਕਿ ਪੁਲਿਸ ਕੋ ਕਹੀਏ, ਕੋਈ ਕੁਝ ਰਾਏ ਕਵੇ ਕਿ ਕੁਝ ਹੋਰ ਗਰੀਬ ਗੁਰਬੇ ਫੜ ਕੇ ਮਾਰੀਏ, ਤੇ ਮਹਾਂਪੁਰਸ਼ਾਂ ਨੇ ਜਿਹੜੇ 4-5 ਬੰਦੇ
ਘਬਰਾਹਟ ਵਿੱਚ ਕਹਿਣ ਆਏ ਸਨ। ਮਹਾਂਪੁਰਸ਼ ਇੱਕ ਦੀ ਬਾਂਹ ਫੜ ਕੇ ਕੀ ਕਹਿੰਦੇ? ਕਹਿੰਦੇ ਆਓ ਤੁਹਾਨੂੰ ਹੱਲ ਦਸੀਏ, ਆਓ ਮੇਰੇ ਨਾਲ ਤੁਹਾਨੂੰ ਹੱਲ ਦਸੀਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਰੇ ਹੈਰਾਨ, ਕਿੱਧਰ ਚੱਲੇ ਹੋ? ਕਿ ਪੁਲਿਸ ਕੋ ਚੱਲੇ ਕਿ ਗਰੀਬ ਬੰਦੇ ਫੜਨ ਪੱਲੇ ਕਿ ਛੱਕ ਜਿੱਤੇ ਪਿਆ ਨੂੰ ਪਕੜਨ ਚੱਲੇ। ਇੱਕ ਦੀ ਬਾਂਹ ਫੜੀ ਕਹਿਣ ਲੱਗੇ ਬਾਕੀ ਮਗਰ ਆ ਜਾਓ। ਇੱਕ ਅੱਗੇ ਹੋ ਗਿਆ। ਮਹਾਂਪੁਰਸ਼ੋ ਚੱਲੇ ਕਿੱਥੇ ਹੋ? ਕਹਿੰਦੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਕਮਰੇ 'ਚ ਜਾ ਕੇ ਜਿਹਨੇ ਥਾਲੀਆਂ ਚੁੱਕੀਆਂ ਉਹਦੀ ਜਾ ਕੇ ਅਰਦਾਸ ਕਰੀਏ ਕਿ ਹੇ ਧੰਨ ਗੁਰੂ ਗ੍ਰੰਥ ਸਾਹਿਬ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਸ ਸਾਲ ਦੇ ਵਿੱਚ ਉਹਨੂੰ ਇੰਨਾ ਪੈਸਾ ਦੇ ਦੇ, ਇੰਨਾ ਪੈਸਾ ਦੇ ਦੇ ਉਸ ਚੋਰ ਨੂੰ ਕਿ ਅਗਲੇ ਸਾਲ ਉਹ ਚੜਾਉਣ ਵਾਲਾ ਬਣ ਜਾਵੇ। ਆਪ ਸਤਨਾਮ ਸ੍ਰੀ ਵਾਹਿਗੁਰੂ। ਉਹਨੂੰ ਇੰਨੀ ਸਮਰੱਥਾ ਮਾਇਆ ਦੀ ਇੰਨੀ ਦੇ ਦੇ ਕਿ ਅਗਲੇ ਸਾਲ ਚੁੱਕਣ ਵਾਲਾ ਚੜਾਉਣ ਵਾਲਿਆਂ 'ਚ ਸ਼ਾਮਲ ਹੋ ਜਾਏ। ਆਪ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਇਸ਼ਾਰਾ ਲਿਓ, ਬੁਰੇ ਨਾਲ ਵੀ ਨੇਕੀ ਕਰਨੀ। ਇਹ ਗੁਰੂ ਨਾਨਕ ਜਾਣੇ। ਔਰ ਗਏ ਅਰਦਾਸ ਕੀਤੀ ਕਿ ਸਤਿਗੁਰੂ ਜਿਹਨੇ ਚੋਰੀ ਕੀਤੀ ਹੈ ਉਹਨੂੰ ਇੰਨਾ ਧਨ ਦੇ ਦਿਓ ਕਿ ਅਗਲੇ ਸਾਲ ਉਹ ਚੁੱਕਣ ਵਾਲਿਆਂ ਨਹੀਂ ਚੜਾਉਣ ਵਾਲਿਆਂ 'ਚ ਸ਼ਾਮਲ ਹੋ ਜਾਵੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿਰਫ ਇਸ਼ਾਰਾ ਲਿਓ ਭਾਈ, ਅਸੀਂ ਕਿੰਨੀਆਂ ਨਫ਼ਰਤ ਤੇ ਈਰਖਾ ਦੀਆਂ ਕੰਧਾਂ ਪਾ ਕੇ ਬੈਠੇ ਆ ਤੇ ਮਹਾਂਪੁਰਸ਼ ਕਿਵੇਂ ਨਿਮਰਤਾ ਤੇ ਨਿਰਮਾਣਤਾ ਦੀਆਂ ਸਾਧ ਸੰਗਤ ਕਲਾਸਾਂ ਗੁਰਸਿੱਖੀ ਦੀਆਂ ਪੜ੍ਹ ਕੇ ਬੈਠੇ ਨੇ ਕਿ ਚੋਰ ਦੀ ਵੀ ਅਰਦਾਸ ਕਰਦੀ ਕਿ ਸੱਚੇ ਪਾਤਸ਼ਾਹ ਨੂੰ ਇਹਨਾਂ ਧਨ ਦੇ ਦਿਓ, ਚੋਰੀ ਕਰਨੀ ਨਾ ਪਵੇ। ਨਾਲ ਨਾਲ ਰੋਜ਼ ਗੁਰਬਾਣੀ ਦਾ ਰਸ। ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ, 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 ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ। कबीर हम सब पे बुरे, हम तज भलो सब कोए, जिन्हें ऐसा कर बूझिया मीत हमारा सोए। ए निशानी गुरसिक्खी दी, ਇਹ ਨਿਸ਼ਾਨੀ, ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ। ਇਹ ਕਿਹੜੀ ਅਵਸਥਾ ਹੈ? ਪਰੀ ਦਾ ਪੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ। ਬੜੀ ਵੱਡੀ ਅਵਸਥਾ ਹੈ, ਕੋਈ ਸਮਝ ਲਵੇ। ਨਾ ਪੂਰਾ ਚਲਿਆ ਜਾਵੇ, ਥੋੜਾ ਤੁਰੇ ਤੁਰੇ ਜ਼ਰੂਰ। ਪਰੀ ਦਾ ਪੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਦੇਹੀ ਰੋਗ ਨ ਲੱਗਈ, ਪੱਲੇ ਸਭ ਕਿਛ ਪਾਏ। ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ, ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ। ਅਰਦਾਸ ਕਰੋ ਇਸੇ ਜਨਮ ਵਿੱਚ ਗੁਰੂ ਨਾਨਕ ਬਾਬਾ ਜੀ ਤੇਰੀ ਗੁਰਸਿੱਖੀ ਨੂੰ, ਸਿੱਖੀ ਨੂੰ ਸਮਝ ਲਈ, ਸਮਝ ਕੇ ਚੱਲ ਪਈ। ਜਿਨ੍ਹਾਂ ਨੇ ਗੁਰਸਿੱਖੀ ਨੂੰ ਸਮਝਿਆ ਉਹ ਪ੍ਰਾਪਤੀਆਂ ਕਰ ਗਏ। ਆ ਸਾਧ ਸੰਗਤ
पंजाब एंड सिंध बैंक ने डायरी छापी है, ਉਹਦੇ 'ਚ ਤਸਵੀਰ ਵੀ ਬਣਾਈ ਗਈ ਹੈ, ਇਤਿਹਾਸਕ ਤਸਵੀਰਾਂ ਨੇ। ਇੱਕ ਤਸਵੀਰ ਹੈ ਨਵਾਬ ਕਪੂਰ ਸਿੰਘ, ਸੁਣਿਓ। ਨਵਾਬ ਕਪੂਰ ਸਿੰਘ ਕੋਲ 3-4 ਸਿੱਖ ਦੌੜੇ ਦੌੜੇ ਆਏ ਤੇ ਆ ਕੇ ਕੀ ਕਹਿਣ ਲੱਗੇ, ਕਪੂਰ ਸਿੰਘ ਤੈਨੂੰ ਅਕਾਲ ਤਖਤ ਤੋਂ ਨਵਾਬੀ ਮਿਲੀ। ਹੱਕ ਸਤਨਾਮ ਸ੍ਰੀ ਵਾਹਿਗੁਰੂ। ਔਰ ਜਿਹੜੇ ਕਹਿ ਰਹੇ ਨੇ ਉਹ ਕਿਸ ਮੂਡ 'ਚ ਕਹਿ ਰਹੇ ਨੇ ਕਿ ਨਵਾਬ ਕਪੂਰ ਸਿੰਘ ਨੂੰ ਨਵਾਬੀ ਮਿਲੀ ਹੈ ਤੇ ਬਹੁਤ ਪ੍ਰਸੰਨ ਹੋਏਗਾ। ਕਪੂਰ ਸਿੰਘ ਤੈਨੂੰ ਅਕਾਲ ਤਖਤ ਤੋਂ ਨਵਾਬੀ ਮਿਲੀ ਹੈ ਤੇ ਉਦੋਂ ਕੀ ਕਹਿੰਦਾ, ਕਹਿਣ ਲੱਗਾ ਮੈਨੂੰ ਨਵਾਬੀ ਨਹੀਂ ਚਾਹੀਦੀ। ਹੱਕ ਸਤਨਾਮ ਸ੍ਰੀ ਵਾਹਿਗੁਰੂ। ਤੂੰ ਇਹ ਕੀ ਕਹਿ ਰਿਹਾ, ਤੈਨੂੰ ਨਵਾਬੀ ਨਹੀਂ ਚਾਹੀਦੀ? ਅਸੀਂ ਖਾਸ ਸੁਨੇਹਾ ਲੈ ਕੇ ਆਏ ਹਾਂ ਔਰ ਇਤਨੀ ਵੀ ਤੈਨੂੰ ਗੱਲ ਕਰਦੇ ਆ, ਇਹ ਅਕਾਲ ਤਖਤ ਤੋਂ ਸੰਗਤ ਦਾ ਹੁਕਮ ਹੈ, ਤੈਨੂੰ ਨਵਾਬੀ ਮਿਲੀ ਹੈ। ਸਾਰੇ ਹੱਕ ਸਤਨਾਮ ਸ੍ਰੀ ਵਾਹਿਗੁਰੂ। ਉਹ ਸਿੱਖ ਕਹਿਣ ਲੱਗੇ ਤੂੰ ਸੰਗਤ ਦਾ ਹੁਕਮ ਟਾਲੇਗਾ, ਅਕਾਲ ਤਖਤ ਦਾ ਹੁਕਮ ਟਾਲੇਗਾ? ਕਹਿਣ ਲੱਗਾ ਸੰਗਤ ਦਾ ਅਕਾਲ ਤਖਤ ਦਾ ਹੁਕਮ ਵੀ ਟਾਲਣਾ ਬੇਅਦਬੀ ਹੈ, ਲੇਕਿਨ ਇਹ ਜਿਹੜੀ ਮੈਨੂੰ ਅਕਾਲ ਤਖਤ ਤੋਂ ਸੰਗਤ ਦੇ ਹੁਕਮ ਨਾਲ ਨਵਾਬੀ ਮਿਲੀ ਏ, ਮੈਂ ਇੱਕ ਸ਼ਰਤ ਤੇ ਨਵਾਬੀ ਲਵਾਂਗਾ। ਹੱਕ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਹਿੰਦੇ ਉਹ ਸ਼ਰਤ ਕੀ? ਵੇਖਿਓ ਗੁਰਸਿੱਖੀ ਕੀ ਹੈ ਸਾਧ ਸੰਗਤ, ਸ਼ਰਤ ਕੀ ਹੈ? ਕਹਿਣ ਲੱਗਾ ਮੈਂ ਨਵਾਬੀ ਸੰਗਤ ਦਾ ਅਕਾਲ ਤਖਤ ਦਾ ਹੁਕਮ ਨਹੀਂ ਮੋੜਾਂਗਾ, ਪਰ ਇੱਕ ਸ਼ਰਤ ਤੇ ਨਵਾਬੀ ਲਵਾਂਗਾ। ਆਖਿਆ ਸ਼ਰਤ ਕੀ? ਕਹਿਣ ਲੱਗਾ ਜਿਹੜੀ ਅੱਗੇ ਮੈਂ ਗੁਰੂ ਨਾਨਕ ਦੇ ਘਰ ਦੀ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਕਰਦਾ ਵਾਂ, ਨਵਾਬੀ ਦੇ ਹੁੰਦਿਆਂ ਵੀ ਇਹ ਸੇਵਾ ਮੇਰੇ ਤੋਂ ਕੋਈ ਛੁਡਵਾ ਨਹੀਂ ਸਕਦਾ। ਹੱਕ ਸਤਨਾਮ ਸ੍ਰੀ ਵਾਹਿਗੁਰੂ। ਆਏ ਗੁਰਸਿੱਖੀ ਦੇਖ ਲਓ ਅੱਜ ਕੱਲ੍ਹ ਦਾ ਕੀ ਹਾਲ ਹੈ। ਜਰਾ ਜਾ ਕੇ ਬੰਦਾ ਕੀਰਤਨ ਵੱਲੋਂ, ਕਥਾ ਵੱਲੋਂ, ਕਿਸੇ ਪੈਸੇ ਵੱਲੋਂ, ਵਿਦਵਾਨ ਵੱਲੋਂ, ਧਨ ਵੱਲੋਂ, ਕਿਸੇ ਹੋਰ ਗੁਣ ਵੱਲੋਂ ਜਰਾ ਜਾਂ ਉੱਚਾ ਉੱਡਾ ਟੱਪਦਾ, ਉਹ ਕਹਿੰਦਾ ਲੋ ਤੇ ਪ੍ਰਸ਼ਾਦੇ ਪਕਾਉਣੇ ਇਹ ਹੋਰ ਕਿਸਿਆਂ ਦਾ ਕੰਮ ਹੈ, ਸਾਡਾ ਨਹੀਂ ਹੈ। ਹੱਕ ਸਤਨਾਮ ਸ੍ਰੀ ਵਾਹਿਗੁਰੂ। ਜੋੜੇ ਝਾੜਨੇ ਸਾਡਾ ਕੰਮ ਨਹੀਂ ਹੈ, ਇਹ ਕਿਸੇ ਹੋਰ ਦਾ। ਆ ਗੁਰਸਿੱਖੀ ਵੇਖਿਓ, ਨਵਾਬ ਕਪੂਰ ਸਿੰਘ ਨੂੰ ਨਵਾਬੀ ਮਿਲੀ। ਇਹ ਪੰਜਾਬ ਐਂਡ ਸਿੰਧ ਬੈਂਕ ਨੇ ਬੜੀ ਪਿਆਰੀ ਫੋਟੋ ਛਾਪੀ ਕਿ ਲੱਕੜ ਦੀ ਕਈ ਨਾਲ ਇੱਕ ਬੰਨੇ ਉਹ ਘੋੜਿਆਂ ਦੀ ਲਿੱਦ ਇਕੱਠੀ ਕਰ ਰਿਹਾ ਗੁਰੂ ਘਰ ਦੀ, ਦੂਜੇ ਬੰਨੇ ਇੱਕ ਗੋਲੇ ਦੇ ਵਿੱਚ ਫੋਟੋ ਦਿੱਤੀ ਹੈ ਕਿ ਉਸ ਨੂੰ ਅਕਾਲ ਤਖਤ ਤੋਂ ਨਵਾਬੀ ਦੀ ਬਖਸ਼ਿਸ਼ ਹੋ ਰਹੀ ਹੈ। ਔਰ ਇਤਿਹਾਸ ਗਵਾਹ ਹੈ ਕਿ ਨਵਾਬ ਕਪੂਰ ਸਿੰਘ ਨੇ ਨਵਾਬੀ ਦੇ ਹੁੰਦਿਆਂ ਵੀ ਸਾਧ ਸੰਗਤ ਗੁਰੂ ਨਾਨਕ ਦੇ ਘਰ ਦੀ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਨਹੀਂ ਛੱਡੀ। ਆਪ ਸਤਨਾਮ ਸ੍ਰੀ ਵਾਹਿਗੁਰੂ। ਸਾਰੇ ਆਪਣਾ ਆਪਣਾ ਮਨ ਤੋਲਿਓ। ਗੁਰਸਿੱਖੀ ਹੈ ਜੇ ਪਿਆਰਿਓ, ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ, ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ, ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ, ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ। ਕਲ ਯੁਗ ਕੇ ਉਪਕਾਰ ਸੁਣੇ, ਜੈਸੇ ਵੇਦ ਅੱਖਰ ਬਣ ਗਾਈ। ਗੌਰ ਕਰਿਓ ਜੀ, ਪਾਉ ਭਗਤ ਪਰਮਾਨ ਹੈ, ਜਗ ਹੋਮ ਤੇ ਪੁਰਬ ਕਮਾਈ। ਕਰਕੇ ਨੀਚ ਸਦਾਵਣਾ, ਕਰਕੇ ਨੀਚ ਸਦਾਵਣਾ, ਤਾਂ ਪ੍ਰਭ ਲੇਖੇ ਅੰਦਰ ਪਾਈ। ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ, ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ। ਹਰ ਚੀਜ਼ ਨੂੰ ਆਪਣੇ ਤੇ ਢਾਲਿਓ।
ਵੱਡੇ ਤੋਂ ਵੱਡਾ ਅਹੁਦਾ ਹੁੰਦਿਆਂ ਵੀ ਗੁਰੂ ਨਾਨਕ ਦੇ ਘਰ ਦੀ ਸੇਵਾ ਨੀਵੀਂ ਤੋਂ ਨੀਵੀਂ ਚਾਟ ਸਵਾਦ ਨਾ ਕਰੇ ਕਰਕੇ ਨੀਚ ਸਦਾਵਣਾ ਤਾਂ ਪ੍ਰਭ ਲੇਖੇ ਅੰਦਰ ਪਾਏ। ਬੜੀ ਬਰੀਕ ਜੇ ਗੁਰਸਿੱਖੀ ਔਰ ਅਗਰ ਕੋਈ ਸਮਝ ਲਵੇ ਆਨੰਦ ਹੀ ਆਨੰਦ ਹੈ। ਆ ਇੱਕ ਛੋਟਾ ਜਿਹਾ ਜ਼ਿਕਰ ਸੁਣਾ ਕੇ ਦਾਸ ਸਮਾਪਤੀ ਕਰੇਗਾ। ਆ 20ਵੀਂ ਸਦੀ ਦਾ ਤੀਜਾ ਦਹਾਕਾ, 20ਵੀਂ ਸਦੀ ਦਾ ਤੀਜਾ ਦਹਾਕਾ ਬਣਦਾ ਜੀ 1925 ਸਨ ਦੇ ਕਰੀਬ। ਭਾਈ ਵੀਰ ਸਿੰਘ ਜੀ ਦੇ ਸਮਕਾਲੀ ਇੱਕ ਰਾਗੀ ਹੋਏ ਨੇ, ਰਾਗੀ ਹੀਰਾ ਸਿੰਘ। ਬਾਬਾ ਨੰਦ ਸਿੰਘ ਮਹਾਂਪੁਰਸ਼ਾਂ ਦੀ ਇਹਨਾਂ ਨੂੰ ਬਖਸ਼ਿਸ਼ ਪ੍ਰਾਪਤ ਸੀ। ਇਹ 20ਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਆਪਣੇ ਸਮੇਂ ਤੇ ਬੜੇ ਉੱਚ ਕੋਟੀ ਦੇ ਰਾਗੀ ਹੋਏ ਨੇ ਤੇ ਇਤਨਾ ਰਸਨਾ ਵਿੱਚ ਰਸ ਸੀ ਕਿ ਜਦੋਂ ਕੀਰਤਨ ਕਰਦੇ ਸਨ 50-50 ਹਜ਼ਾਰ ਬੰਦਾ ਅੱਗੇ ਦੀਵਾਨ ਵਿੱਚ ਬੈਠਾ ਹੁੰਦਾ ਸੀ। ਅੰਮ੍ਰਿਤ ਵੇਲੇ 2:30 ਵਜੇ 3 ਵਜੇ ਬਾਜੇ ਦੀ ਸੁਰ ਤੇ ਉਂਗਲ ਰੱਖਣੀ ਤੇ ਪੰਡਾਲ ਅੰਮ੍ਰਿਤ ਵੇਲੇ 3 ਵਜੇ ਸਾਧ ਸੰਗਤ 20,000 ਭਰਿਆ ਹੋਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੀਰਤਨ 'ਚ ਰਸ ਸੀ, ਕਮਾਈ ਸੀ। ਆਹਾ, ਗੁਰੂ ਮਿਹਰ ਕਰੇ, ਗੁਰੂ ਬਖਸ਼ਿਸ਼ ਕਰੇ। ਤੇ ਮੈਂ ਇੱਕ ਜ਼ਿਕਰ ਗੁਰਸਿੱਖੀ ਬਾਰੇ ਲੈ ਰਿਹਾ ਸਿਰਫ। ਮਲੋਟ ਸ਼ਹਿਰ ਵਿੱਚ ਰਾਗੀ ਹੀਰਾ ਸਿੰਘ ਜੀ ਨੇ ਸਾਧ ਸੰਗਤ 7 ਦਿਨ ਦੀਵਾਨ ਲਾਏ। ਉਹਨਾਂ ਸਮਿਆਂ ਵਿੱਚ ਜਿਹੜੇ ਇਹ ਨਹੀਂ ਸੀ ਘੰਟਾ ਇੱਥੇ ਦੀਵਾਨ ਘੰਟਾ ਉੱਥੇ, ਇੱਕ ਇੱਕ ਜਗ੍ਹਾ 7-7 ਦਿਨ 14-14 ਦਿਨ ਦੀਵਾਨ ਲੱਗਦੇ ਸਨ। ਉਹਦੇ ਨਾਲ ਬਹੁਤ ਪ੍ਰਚਾਰ ਹੁੰਦਾ ਹੈ। ਉੱਥੋਂ ਦਾ ਫਿਰ 200-400,000 ਬੰਦਾ ਜੀਵਨ ਤਬਦੀਲ ਹੋ ਜਾਂਦਾ ਹੈ ਰੋਜ਼ ਹਥੌੜੀ ਵੱਜ ਕੇ ਸੰਗਤ ਦੇ ਵਿੱਚ ਬਚਨਾਂ ਦੀ। ਇਹ ਮਲੋਟ ਸ਼ਹਿਰ ਵਿੱਚ 7 ਦਿਨ ਦੀਵਾਨ ਲੱਗੇ ਤੇ ਕਹਿੰਦੇ ਇਤਨਾ ਰਸ ਵੱਜਾ, ਸੰਗਤ ਨੇ ਇਤਨਾ ਲਾਹਾ ਲਿਆ, ਗੁਰਸਿੱਖੀ ਦੀਆਂ ਇਤਨੀਆਂ ਬਰੀਕੀਆਂ ਨੂੰ ਸਮਝਿਆ, ਕੀਰਤਨ ਦਾ ਰਸ ਲਿਆ ਕਿ 7ਵੇਂ ਦਿਨ ਸਾਧ ਸੰਗਤ ਰਾਗੀ ਹੀਰਾ ਸਿੰਘ ਜੀ ਨੂੰ ਮਲੋਟ ਦੇ ਜਿਹੜੇ ਪ੍ਰਬੰਧਕ ਸਨ, ਸੰਗਤ ਸਨ, ਉਹਨਾਂ ਵੱਲੋਂ ਜਦੋਂ ਸਤਿਕਾਰ ਦਿੱਤਾ ਗਿਆ ਸਟੇਜ ਤੇ ਕਹਿੰਦੇ ਸੋਨੇ ਦੇ ਲੋਕਟ ਔਰ ਸਿਰ ਤੇ ਸਿਰੋਂ ਪਾਓ। ਸੰਗਤ ਦਾ ਇਤਨਾ ਪਿਆਰ, ਹੋਰ ਪਿਆਰ ਦੀਆਂ ਵਸਤੂਆਂ, ਸਟੇਜ ਤੇ ਇਤਨੀ ਸੋਭਾ, ਇਤਨੀ ਮਹਿਮਾ, ਰਾਗੀ ਹੀਰਾ ਸਿੰਘ ਦੀ ਇਤਨੀ ਉਪਮਾ, ਇਤਨੀ ਮਲੋਟ ਦੀ ਸੰਗਤ ਨੇ ਪਿਆਰ ਦਿੱਤਾ ਕਿ ਰਾਗੀ ਹੀਰਾ ਸਿੰਘ ਆਪਣੇ ਸਾਥੀਆਂ ਨੂੰ ਕੀ ਕਹਿੰਦੇ ਨੇ। ਵੇਖਿਆ ਗੁਰਸਿੱਖੀ, ਆਖ ਸਤਿਨਾਮ। ਸਾਡੇ ਵਰਗੇ ਬੰਦੇ ਆ ਸਤਿਕਾਰ ਵਗੈਰਾ ਮਿਲ ਜੇ ਤੇ ਬੜੇ ਖੁਸ਼ ਹੁੰਦੇ ਆ ਅੰਦਰੋਂ। ਤੇ ਗੁਰਸਿੱਖੀ ਕੀ ਹੈ? ਰਾਗੀ ਹੀਰਾ ਸਿੰਘ ਸਾਥੀਆਂ ਨੂੰ ਕੀ ਕਹਿੰਦੇ ਆ? ਕਹਿੰਦੇ ਭਾਈ ਉਹਨੇ ਜੋਗੇ ਅਸੀਂ ਹੈ ਨਹੀਂ ਜਿੰਨਾ ਮਲੋੜ ਦੀ ਸੰਗਤ ਨੇ ਮਾਣ ਦੇਤਾ, ਸਤਿਕਾਰ ਦੇਤਾ। ਤੇ ਕਹਿਣ ਲੱਗੇ ਇਹ ਜਿਹੜਾ ਇਤਨਾ ਸਤਿਕਾਰ ਵੀ ਮਨ ਦੇ ਉੱਤੇ ਬੋਝ ਬਣ ਗਿਆ। ਆਖੋ ਸਤਿਨਾਮ। ਸਾਡੀ ਕਮਾਈ ਨਹੀਂ ਹੈ, ਨਹੀਂ ਬੰਦਗੀ ਨਹੀਂ ਹੈ, ਨਹੀਂ ਕਿਤੇ ਕਿਤਾਬ ਜੋ ਕਥਾ ਪੜ੍ਹੀ ਕਰਤੀ, ਕਿਤੇ ਕਿਤੇ ਨਾਲ ਆਤਮਿਕ ਗਿਆਨ ਕੰਮ ਕਰ ਗਿਆ। ਕਿਤਾਬੀ ਗਿਆਨ ਦੇ ਨਾਲ 4 ਤਰ੍ਹਾਂ ਦਾ ਗਿਆਨ ਹੈ, ਨਕਲੀ ਗਿਆਨ, ਕਿਤਾਬੀ ਗਿਆਨ, ਆਤਮਿਕ ਗਿਆਨ ਤੇ ਬ੍ਰਹਮ ਗਿਆਨ। ਆਖੋ ਸਤਿਨਾਮ। ਦੇਖੋ ਗੁਰਸਿੱਖ ਦੀ ਨਿਸ਼ਾਨੀ। ਕਹਿਣ ਲੱਗੇ ਆਤਮਾ ਦੇ ਬੋਝ ਬਣ ਗਿਆ, ਮਨ ਦੇ ਬੋਝ ਬਣ ਗਈ ਇੰਨੀ ਸੋਭਾ। ਸਾਡੇ ਵਰਗੇ ਬੰਦੇ ਕਿੰਨੇ ਖੁਸ਼ ਹੁੰਦੇ ਸੋਭਾ ਲੈ ਕੇ। ਆ ਜੇ ਗੁਰਸਿੱਖੀ। ਕਹਿੰਦੇ ਜਦੋਂ ਮਲੋੜ ਦੀ ਸੰਗਤ ਕੋ ਆਗਿਆ ਲਈ ਅੰਮ੍ਰਿਤਸਰ ਜਦੋਂ ਵਾਪਸ ਪਹੁੰਚੇ, ਜੋ ਵੀ ਵੇਲੇ ਕਨਵੇਂਸ ਹੁੰਦੀ ਸੀ, ਕਹਿੰਦੇ ਜਦੋਂ ਅੰਮ੍ਰਿਤਸਰ ਆਏ ਤੇ ਸ਼ਾਮ ਦੇ 7 ਵਜੇ ਸੀ। ਸੰਗਤ ਟਾਂਗੇ ਦੇ ਉੱਤੇ ਸਾਥੀਆਂ ਨੂੰ ਬਿਠਾਇਆ, ਸਾਜ ਰੱਖੇ। ਕੀ ਕਹਿੰਦੇ ਨੇ, ਟਾਂਗਾ ਜਦੋਂ ਤੁਰਨ ਲੱਗਾ ਸਾਥੀ ਨੂੰ ਕੀ ਕਹਿੰਦੇ, ਤੁਸੀਂ ਘਰ ਜਾਓ, ਮੈਂ ਘਰ ਨਹੀਂ ਜਾਣਾ। ਸਤਿਨਾਮ। ਦੇਖੋ ਗੁਰਸਿੱਖੀ। ਸਾਥੀ ਕਹਿੰਦੇ ਜੀ 7 ਦਿਨ ਹੋ ਗਏ ਆ, ਥੱਕੇ ਟੁੱਟੇ, ਹੁਣ ਤੇ ਘਰ ਪਹੁੰਚੋ, ਫਿਰ ਅੱਗੋਂ 4-5 ਦਿਨ ਬਾਅਦ ਫਲਾਣੇ ਸ਼ਹਿਰ ਜਾਣਾ, ਕਮਾਨ ਆਰਾਮ ਕਰੋ। ਕਹਿਣ ਲੱਗੇ ਨਹੀਂ ਤੁਸੀਂ ਘਰ ਜਾਓ, ਮੈਂ ਘਰ ਨਹੀਂ ਜਾਣਾ।
ਸਾਥੀ ਕਹਿਣ ਲੱਗੇ ਜੀ ਤੁਸੀਂ ਫਿਰ ਸਟੇਸ਼ਨ ਤੇ ਇੱਥੇ ਜਗ੍ਹਾ ਤੇ ਕੀ ਕਰੋਗੇ, ਘਰ ਨਹੀਂ ਜਾਣਾ ਤੇ ਕਹਿਣ ਲੱਗੇ ਮੈਂ ਅੱਜ ਦੀ ਰਾਤ ਧੰਨ ਗੁਰੂ ਰਾਮਦਾਸ ਦੇ ਚਰਨ ਬਿਤਾਉਣੀ ਦੇਖੋ ਗੁਰਸਿੱਖੀ ਰਾਗੀ ਹੀਰਾ ਸਿੰਘ ਜੀ ਦੀ ਪੂਰੀ ਕਿਤਾਬ ਛਪੀ ਏ ਪਟਿਆਲੇ ਤੋਂ ਧਾਰਮਿਕ ਸਭਾ ਗੁਰਮੁਖ ਪਿਆਰਿਆਂ ਨੇ ਜ਼ਿਕਰ ਹੈ ਉਹਨਾਂ ਨੇ ਕਹਿੰਦੇ ਉਹ ਰਾਤ ਘਰ ਨਹੀਂ ਗਏ, ਕਿੱਥੇ ਗਏ ਗੁਰੂ ਰਾਮਦਾਸ ਦੇ ਦਰ ਤੇ ਗੁਰੂ ਰਾਮਦਾਸ ਦੇ ਦਰ ਤੇ ਜਾ ਕੇ ਸਾਧ ਸੰਗਤ ਕਹਿੰਦੇ ਸਾਰੀ ਰਾਤ ਦੋ ਕੰਮ ਕੀਤੇ ਆ ਆਪ ਸਤਨਾਮ ਸ੍ਰੀ ਵਾਹਿਗੁਰੂ। ਦੋ ਕੰਮ ਕਿਹੜੇ? ਸਾਰੀ ਰਾਤ ਸੰਗਤ ਦੇ ਜੂਠੇ ਕੋਲੇ ਮਾਂਜੇ, ਝਾੜੂ ਦਿੱਤੇ, ਇੱਕ ਕੰਮ ਇਹ ਕੀਤਾ ਸੇਵਾ, ਤੇ ਦੂਸਰਾ ਸਾਰੀ ਰਾਤ ਜਪਜੀ ਸਾਹਿਬ ਦੇ ਪਾਠ ਕਰਦੇ ਰਹੇ ਆਪ ਸਤਨਾਮ ਸ੍ਰੀ ਵਾਹਿਗੁਰੂ। ਸਾਰੀ ਰਾਤ ਸੇਵਾ ਕੀਤੀ, ਝਾੜੂ ਦਿੱਤਾ, ਕੋਲੇ ਮਾਂਜੇ, ਜੂਠੇ ਜਪਜੀ ਸਾਹਿਬ ਦੇ ਪਾਠ ਕੀਤੇ। ਤੇ ਜਦੋਂ ਸਵੇਰ ਅੰਮ੍ਰਿਤ ਵੇਲਾ ਹੋਇਆ ਨਾ, ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਦੇ ਦਰ ਦੀ ਚੁਗਾੜ ਤੇ ਸਿਰ ਰੱਖ ਕੇ ਅਰਦਾਸ ਕਰਕੇ ਜਦੋਂ ਮੱਥਾ ਟੇਕਿਆ ਤੇ ਰਾਗੀ ਹੀਰਾ ਸਿੰਘ ਕਹਿਣ ਲੱਗੇ, ਕਹਿੰਦੇ ਹੁਣ ਮੇਰਾ ਮਨ ਹੌਲਾ ਫੁੱਲ ਵਰਗਾ ਹੋ ਗਿਆ ਆਖ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਮੈਂ ਹੈ ਨਹੀਂ ਸਾਂ ਜਿੰਨੀ ਮੈਨੂੰ ਸੋਭਾ ਮਿਲ ਗਈ, ਸੋਭਾ ਮੇਰੇ ਮਨ ਤੇ ਬੋਝ ਬਣ ਗਈ ਸੀ। ਆ ਜੇ ਗੁਰਸਿੱਖ ਤੇ ਮਨਮੁਖ ਦਾ ਫਰਕ, ਮਨਮੁਖ ਸੋਭਾ ਪਿੱਛੇ ਭਾਲਦਾ ਤੇ ਗੁਰਸਿੱਖ ਕਹਿੰਦਾ ਵੀ ਜੋ ਮੈਂ ਨਹੀਂ ਇੰਨੀ ਸੋਭਾ ਮਿਲ ਗਈ ਹੈ, ਇਹ ਸੋਭਾ ਵੀ ਬੋਝ ਹੈ। ਕਹਿੰਦੇ ਸੋਭਾ ਬੋਝ ਬਣ ਗਈ ਸੀ, ਉਹਨਾਂ ਹੈ ਨਹੀਂ ਸਾਂ ਗੁਰੂ ਰਾਮਦਾਸ ਤੇਰੇ ਦਰ ਤੇ ਝਾੜੂ ਦੇ ਕੇ ਤੇ ਕੌਲੇ ਮਾਂਜ ਕੇ ਜਪਜੀ ਪੜ ਕੇ ਹੁਣ ਸਾਰਾ ਮਨ ਮੇਰਾ ਹੌਲਾ ਫੁੱਲ ਵਰਗਾ ਹੋ ਗਿਆ ਕਿ ਮੈਂ ਤੇਰਾ ਉਹੋ ਹੀ ਝਾੜੂ ਦੇਣ ਵਾਲਾ ਸਿੱਖ ਹਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰਸਿੱਖੀ ਦੀ ਇਹ ਨਿਸ਼ਾਨੀ, ਇਹ ਨਿਸ਼ਾਨੀ ਸਾਧ ਸੰਗਤ ਗੁਰਸਿੱਖੀ ਦੀ। ਸਿਰਫ ਆਪਣੇ ਤੇ ਤੋਲਿਓ ਸਾਡਾ ਜੀਵਨ ਕਿੱਥੇ ਖੜਾ ਹੈ। ਸਾਧ ਸੰਗਤ ਅਰਦਾਸ ਕਰੋ, ਨਾਮ ਦੀ ਕਮਾਈ ਕਰਦੇ ਆਂ, ਬਾਣੀ ਪੜ੍ਹਦੇ ਆਂ, ਅੰਮ੍ਰਿਤ ਵੇਲਾ ਸੰਭਾਲਦੇ ਆਂ, ਆ ਨਿਮਰਤਾ ਤੇ ਨਿਰਮਾਣਤਾ ਦੀਆਂ ਪੜ੍ਹਾਈਆਂ ਕਰੀਏ ਤਾਂ ਨਾਮ ਸੰਭਾਲਣਾ ਆਏਗਾ ਸਾਨੂੰ, ਨਹੀਂ ਤੇ ਫਿਰ ਐਂ ਹੀ ਡੁੱਲਦਾ ਜਾਏਗਾ। ਨਾਮ ਜਪਣਾ ਔਖਾ, ਸੰਭਾਲਣਾ ਉਸ ਤੋਂ ਔਖਾ ਹੈ। ਆਓ ਪਿਆਰ ਨਾਲ ਪੜ੍ਹ ਕੇ ਸਮਾਪਤੀ ਕਰੀਏ। ਤੇ ਭਾਈ ਗੁਰਦਾਸ ਜੀ ਪਿਆਰ ਨਾਲ ਜੋ ਨਿਸ਼ਾਨੀਆਂ ਦੱਸ ਰਹੇ ਨੇ, ਪੜ੍ਹੋ ਸਾਰੇ। ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ, ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ, ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ, ਸਿੱਖੀ ਦੀ ਹੈ ਨਿਸ਼ਾਨੀ, ਇਹ ਨਿਸ਼ਾਨੀ ਗੁਰਸਿੱਖੀ ਦੀ ਹੈ ਨਿਸ਼ਾਨੀ, ਇਹ ਨਿਸ਼ਾਨੀ ਗੁਰਸਿੱਖੀ ਦੀ, ਇਹ ਨਿਸ਼ਾਨੀ। ਕਰ ਕਿਰਪਾ ਮਿਹਰਾਂ ਦੇ ਸਾਈਂ, ਕੱਟ ਦੁੱਖਾਂ ਦੀਆਂ ਜ਼ੰਜੀਰਾਂ ਨੂੰ, ਸਾਨੂੰ ਪਤਾ ਬਦਲ ਤੂੰ ਸਕਦਾ ਹੈ, ਸਾਡੇ ਮੱਥੇ ਦੀਆਂ ਲਕੀਰਾਂ ਨੂੰ, ਸਾਡੇ ਹੱਥਾਂ ਦੀਆਂ ਲਕੀਰਾਂ ਨੂੰ। ਮੇਰੇ ਸਤਿਗੁਰੂ ਜੀ ਤੁਸੀਂ ਮਿਹਰ ਕਰੋ, ਮੈਂ ਦਰ ਤੇਰੇ ਤੇ ਆਈ ਹੋਈਆਂ, ਮੇਰੇ ਕਰਮਾਂ ਵੱਲ ਨਾ ਵੇਖਿਓ ਜੀ। Who all are watching, please sing along. ਮੈਂ ਕਰਮਾਂ ਤੋਂ ਸ਼ਰਮਾਈ ਹੋਈਆਂ, ਮਿਹਰ ਕਰੋ ਜੀ ਮਿਹਰ ਕਰੋ, ਸਤਿਗੁਰੂ ਜੀ ਤੁਸੀਂ ਮਿਹਰ ਕਰੋ, ਮਿਹਰ ਕਰੋ ਜੀ ਮਿਹਰ ਕਰੋ,
सतगुरु जी तुसी मेहर करो जी मेहर करो सतगुरु जी तुसी मेहर करो जी मेहर करो सतगुरु जी तुसी मेहर करो जुगर तेरे ते आ जांदा ओ असल खजाने पा जांदा मैनू भी खाली मोड़ी ना मेरी दर ते आस लगाई हुई है मेरे कर्मा वल ना वेखे जी मैं कर्मा तो शर्माई हुई तारण हार कहाँ दे डुबिया नू बने लांदे मेरा भी बेड़ा पार करो मैं भी दुखियारन आई हुनिया मेहर करो जी मेहर करो सतगुरु जी तुसी मेहर करो जी मेहर करो सतगुरु जी तुसी मेहर करो सब संगी साथी छोड़ गए सब रिश्ते नाते तोड़ गए तू भी किधरे ठुकरावी ना ऐ सोच के मैं घबराई हुई मेरे कर्मा वल ना वेखियो जी मैं कर्मा तो शर्माई हुई मेरे सतगुरु जी तुसी मेहर करो मैं दर तेरे ते आई हुई ओम नमः शिवाय शिव जी सदा सहाय ओम नमः शिवाय गुरु जी सदा सहाय ओम नमः शिवाय शिव जी सदा सहाय ओम नमः शिवाय गुरु जी सदा सहाय मेहर करो जी मेहर करो सतगुरु जी तुसी मेहर करो जी मेहर करो सतगुरु जी तुसी मेहर करो जी मेहर करो सतगुरु जी तुसी मेहर करो सतगुरु जी तुसी मेहर करो सतगुरु जी तुसी मेहर करो जय गुरु जी की। अब हम मंत्र जाप करेंगे। ओम नमः शिवाय शिव जी सदा सहाय
शिव जी सदा जय गुरु जी की। जय गुरु जी की। हैप्पी बर्थडे गुरु जी, happiest birthday Guru ji, and thank you for blessing us and always loving us. Jai Guru ji. Thank you Sangat ji for joining in. Take care.
Thank you, Sangat ji, for joining in. And now, on the occasion of Guruji's birthday, I really want to devote one song to all of you, and I hope that you may like it. थैंक यू एवरीवन एंड सबको बहुत बहुत आज के दिन के लिए मुबारक हो। एंड गुरुजी हमें ऐसे ही प्यार करते रहें और हमारी ज़िंदगी को ऐसे ही संवारते रहें। यही हमको गुरुजी से गिफ्ट चाहिए कि बस वो हमारी ज़िंदगी में रहें और हमारी ज़िंदगी की जो डोरी है वो अपने हाथ में रखें, तो हमें किसी बात की भी कोई फिक्र नहीं होगी कि गुरुजी हमारे अंग संग हैं। थैंक यू एवरीबॉडी। जय गुरुजी।